ਸਤਿ ਸ਼੍ਰੀ ਅਕਾਲ ਨਮਸਕਾਰ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਬਿਜ਼ਨਸ ਕਨੈਕਟ ਦੇ ਵਿੱਚ ਸਵਾਗਤ ਹੈ। ਕਿਸਾਨ ਜਦੋਂ ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ ਤਾਂ ਬਹੁਤ ਮਿਹਨਤ ਕਰਦੇ ਆ ਕਣਕ ਉਗਾਉਣ ਦੇ ਲਈ ਸਾਡੇ ਲਈ ਫੂਡ ਪ੍ਰਿਪੇਅਰ ਕਰਨ ਦੇ ਲਈ ਪਰ ਅਸੀਂ ਕਦੇ ਸੋਚਿਆ ਕਿ ਉਨੀ ਹੀ ਮਿਹਨਤ ਉਦੋਂ ਲੱਗਦੀ ਹੈ ਜਦੋਂ ਉਸ ਜਿਹੜੀ ਕਣਕ ਹੈ ਜਾਂ ਕੋਈ ਵੀ ਪ੍ਰੋਡਕਟ ਹੈਗਾ ਉਸ ਤੋਂ ਆਟਾ ਬਣਾਇਆ ਜਾਂਦਾ ਜਾਂ ਉਹਨੂੰ ਦੁਬਾਰਾ ਮਾਰਕੀਟ ਦੇ ਵਿੱਚ ਲੈ ਕੇ ਆਇਆ ਜਾਂਦਾ। ਅਸੀਂ ਜਦੋਂ ਭਾਰਤ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਸੀ ਤਾਂ ਉਦੋਂ ਗੱਲ ਡਿਫਰੈਂਟ ਹੁੰਦੀ ਸੀ ਕਿ ਅਸੀਂ ਕੋਲ ਚੱਕੀ ਦੇ ਜਾ ਕੇ ਉੱਥੇ ਆਟਾ ਪਿਹਾ ਕੇ ਲੈ ਕੇ ਆਉਂਦੇ ਸੀ ਤੇ ਉੱਥੋਂ ਫਿਰ ਸਾਨੂੰ ਪਤਾ ਹੁੰਦਾ ਸੀ ਕਿ ਕਿਸ ਤਰ੍ਹਾਂ ਕਿਸ ਵਧੀਆ ਤਰੀਕੇ ਦੇ ਨਾਲ ਉਹ ਸਾਨੂੰ ਆਟਾ ਬਣਾ ਕੇ ਦਿੰਦੇ ਆ। ਪਰ ਜਦੋਂ ਅਸੀਂ ਹੁਣ ਕੈਨੇਡਾ ਦੇ ਵਿੱਚ ਆ ਤਾਂ ਇੱਥੇ ਸਾਨੂੰ ਪੈਕੇਜਿੰਗ ਦੇ ਵਿੱਚ ਆਟਾ ਮਿਲਦਾ ਪਰ ਹੁਣ ਸਾਡਾ ਰਹਿਣ ਸਹਿਣ ਵੀ ਡਿਫਰੈਂਟ ਹੋ ਗਿਆ। ਉਸੇ ਕਰਕੇ ਹੁਣ ਗਲੂਟਨ ਫ੍ਰੀ ਆਟਾ ਹੋਲ ਵੀਟ ਆਟਾ ਹੋਰ ਬਹੁਤ ਸਾਰਾ ਤਰ੍ਹਾਂ ਦਾ ਜਿਹੜਾ ਆਟਾ ਉਹ ਸਾਨੂੰ ਵੱਖ-ਵੱਖ ਸਟੋਰਸ ਦੇ ਵਿੱਚ ਦੇਖਣ ਨੂੰ ਮਿਲਦਾ ਤੇ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਕਿਹੜੇ ਆਟੇ ਤੇ ਟਰਸਟ ਕਰੀਏ ਕਿਉਂਕਿ ਅਸੀਂ ਟੇਸਟ ਲੱਭਦੇ ਹਾਂ ਕਿ ਸਾਨੂੰ ਇੰਡੀਆ ਵਾਲਾ ਟੇਸਟ ਮਿਲ ਜਾਵੇ ਪਰ ਨਾਲ-ਨਾਲ ਅਸੀਂ ਇਹ ਵੀ ਦੇਖਦੇ ਹਾਂ ਕਿ ਸਾਨੂੰ ਗਲੂਟਨ ਤੋਂ ਅਲਰਜੀ ਤਾਂ ਨਹੀਂ ਕਿਉਂਕਿ ਹੁਣ ਛੋਟੇ ਬੱਚਿਆਂ ਤੋਂ ਚਾਹੇ ਉਹ ਬਜ਼ੁਰਗ ਹੈਗੇ ਆ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੂੰ ਗਲੂਟਨ ਤੋਂ ਅਲਰਜੀ ਹੈ। ਗਲੂਟਨ ਇੱਕ ਪ੍ਰੋਟੀਨ ਹੁੰਦਾ ਜਿਹੜਾ ਉਹ ਖਾ ਨਹੀਂ ਸਕਦੇ ਤੇ ਇਸੇ ਕਰਕੇ ਉਹਨਾਂ ਨੂੰ ਗਲੂਟਨ ਫ੍ਰੀ ਆਟਾ ਜਾਂ ਗਲੂਟਨ ਫ੍ਰੀ ਪ੍ਰੋਡਕਟ ਜਿਹੜੇ ਨੇ ਉਹ ਖਾਣ ਦੀ ਜ਼ਰੂਰਤ ਪੈਂਦੀ ਹੈ। ਅੱਜ ਅਸੀਂ ਗਲੂਟਨ ਫ੍ਰੀ ਪ੍ਰੋਡਕਟਸ ਦੇ ਬਾਰੇ ਗੱਲ ਕਰਾਂਗੇ ਹੀਰੋ ਆਟੇ ਦੇ ਬਾਰੇ ਮਿਲਸਟ੍ਰੀਮ ਆਟੇ ਦੇ ਬਾਰੇ। ਤੁਹਾਨੂੰ ਪਤਾ ਹੈ ਤੁਸੀਂ ਫੀਡਬੈਕ ਵੀ ਦਿੰਦੇ ਹੋ ਕਿ ਕਿੰਨਾ ਤੁਸੀਂ ਇਸ ਆਟੇ ਨੂੰ ਪਸੰਦ ਕਰਦੇ ਹੋ ਪਰ ਜਿਹੜਾ ਇਹਨਾਂ ਦਾ ਗਲੂਟਨ ਫ੍ਰੀ ਆਟਾ ਉਹਦੇ 'ਚ ਕੀ ਖਾਸੀਅਤ ਹੈ ਕਿਸ ਤਰ੍ਹਾਂ ਇਹ ਪ੍ਰਿਪੇਅਰ ਕਰਦੇ ਆ ਇਸ ਬਾਰੇ ਵੀ ਗੱਲ ਕਰਾਂਗੇ ਤੇ ਨਾਲ ਗੱਲ ਕਰਾਂਗੇ ਇਹਨਾਂ ਦੇ ਵੱਲੋਂ ਇੱਕ ਕੈਂਪੇਨ ਚਲਾਈ ਜਾ ਰਹੀ ਹੈ ਕੋਵਿਡ-19 ਦੀ ਵੈਕਸੀਨੇਸ਼ਨ ਨੂੰ ਲੈ ਕੇ। ਇਹ ਸਭ ਬਾਰੇ ਗੱਲ ਕਰਾਂਗੇ। ਪ੍ਰੈਜ਼ੀਡੈਂਟ ਆਏ ਹੋਏ ਨੇ ਇੱਥੇ ਮਿਲਸਟ੍ਰੀਮ ਆਟਾ ਦੇ ਹੀਰੋ ਆਟਾ ਦੇ ਮਿਸਟਰ ਜੈਕ ਗਿਲਨ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਿਸਟਰ ਗਿਲਨ ਵੈਲਕਮ। ਥੈਂਕ ਯੂ। ਹਾਊ ਆਰ ਯੂ ਡੂਇੰਗ? ਗੁੱਡ ਤੁਸੀਂ? ਬਹੁਤ ਵਧੀਆ। ਸੋ ਕੋਵਿਡ-19 ਦੇ ਟਾਈਮ ਦੇ ਵਿੱਚ ਜਦੋਂ ਅਸੀਂ ਪੈਂਡੈਮਿਕ ਦੇ ਦੌਰਾਨ ਰਹਿ ਰਹੇ ਹੈਗੇ ਆ ਸੋ ਹੁਣ ਆਟਾ ਪ੍ਰਿਪੇਅਰ ਕਰਨਾ ਵੀ ਬਹੁਤ ਜਿਹੜਾ ਔਖਾ ਵੀ ਹੋ ਸਕਦਾ ਕਿਉਂਕਿ ਜਿਹੜੇ ਕੰਮ ਕਰ ਰਹੇ ਆ ਵਰਕਰਸ ਉਹਨਾਂ ਦਾ ਕੋਵਿਡ ਚੈੱਕ ਕਰਨਾ ਕਿਉਂਕਿ ਇਹ ਫੂਡ ਦਾ ਕੰਮ ਤੁਸੀਂ ਇੰਡਸਟਰੀ ਦੇ ਵਿੱਚ ਕਰ ਰਹੇ ਹੋ ਕਿਹੜੇ ਪ੍ਰੀਕਾਸ਼ਨਸ ਲੈ ਕੇ ਕੰਮ ਹੋ ਰਿਹਾ? ਸੋ ਇਟਸ ਕੁਐਸਚਨ ਤੁਹਾਡੀ ਬਹੁਤ ਵਧੀਆ ਹੈਗੀ ਆ। ਪ੍ਰੀਕਾਸ਼ਨਸ ਪਹਿਲਾਂ ਤਾਂ ਫੂਡ ਇੰਡਸਟਰੀ ਦੇ ਵਿੱਚ ਸਪੈਸ਼ਲੀ ਕੈਨੇਡਾ ਦੇ ਵਿੱਚ ਮੈਕਸਿਮਮ ਆ। ਸਾਨੂੰ ਇਨਸਪੈਕਸ਼ਨ ਸਾਡੀ ਮੰਥਲੀ ਹੁੰਦੀਆਂ ਐਨੀਵੇ ਹੁੰਦੀਆਂ ਸੀ ਫੈਡਰਲ ਗਵਰਨਮੈਂਟ ਤੋਂ ਹੁੰਦੀਆਂ ਹੈਲਥ ਅਥਾਰਟੀ ਤੋਂ ਵੀ ਹੁੰਦੀਆਂ ਪ੍ਰੋਵਿੰਸ਼ੀਅਲ ਗਵਰਨਮੈਂਟ ਤੋਂ ਵੀ ਹੁੰਦੀਆਂ ਪਰ ਕੋਵਿਡ ਟਾਈਮ ਦੇ ਵਿੱਚ ਕੋਈ ਸਾਨੂੰ ਐਡੀਸ਼ਨਲ ਪ੍ਰੀਕਾਸ਼ਨਸ ਲੈਣੀਆਂ ਪੈ ਗਈਆਂ। ਇਹ ਪ੍ਰੀਕਾਸ਼ਨਸ ਪਹਿਲਾਂ ਮੋਸਟਲੀ ਕਿਹੜੀ ਇਨਸਪੈਕਸ਼ਨ ਹੁੰਦੀ ਸੀ ਕਿਹੜਾ ਖਾਣਾ ਹੈਗਾ ਉਹ ਸਹੀ ਹੈਗਾ ਪ੍ਰੋਪਰ ਹੈਗਾ ਸੈਨੀਟਰੀ ਹੈਗਾ। ਹੁਣ ਪ੍ਰੀਕਾਸ਼ਨਸ ਕਿਹੜੀਆਂ ਆ ਗਈਆਂ ਹੈਗੀਆਂ ਤੇ ਕਿਹੜੇ ਸਾਡੇ ਵਰਕਰਸ ਹੈਗੇ ਆ ਉਹਨਾਂ ਦੀ ਸੇਫਟੀ ਕੀ ਹੈਗੀ ਆ। Are they healthy? Are they healthy? Yeah. Okay. And ਸਾਡੇ ਕੰਮ ਦੇ ਵਿੱਚ ਜਾਂ ਇੱਕ ਬੰਦੇ ਨੂੰ ਕਹਿ ਦਿਓ ਜਾਂ ਹੋ ਜਾਵੇ ਦੈਨ ਸਾਨੂੰ ਫਿਰ ਹੈਗਾ ਸਾਰਿਆਂ ਨੂੰ ਜਾਂ ਹੋ ਜਾਵੇ ਦੈਨ ਫੈਕਟਰੀ ਦਾ ਕੰਮ ਸਾਰਾ ਰੁਕ ਗਿਆ। That's a big issue. Yes. ਫਿਰ ਖਾਣੇ ਦੀ ਸਪਲਾਈ ਰੁਕ ਜਾਵੇ that's a big challenge. ਸੋ ਅਸੀਂ ਕੀ ਕੀਤਾ ਪਹਿਲਾਂ ਤਾਂ ਅਸੀਂ ਆਪਣੀ ਕਿਹੜੀ ਸੈਨੀਟੇਸ਼ਨ ਕਿਹੜੀ ਸੀ ਉਹ ਅਸੀਂ ਵਧਾ ਦਿੱਤੀ। ਕਿੱਥੇ ਪਹਿਲਾਂ ਅਸੀਂ ਮਸ਼ੀਨਾਂ ਨੂੰ ਸੈਨੀਟਾਈਜ਼ ਕਰਦੇ ਸੀ ਇਕਵਿਪਮੈਂਟ ਨੂੰ ਸੈਨੀਟਾਈਜ਼ ਕਰਦੇ ਸੀ ਹੁਣ ਅਸੀਂ ਦਰਵਾਜ਼ਿਆਂ ਨੂੰ ਵੀ ਸੈਨੀਟਾਈਜ਼ ਕਰਦੇ ਹਾਂ ਕੰਧਾਂ ਨੂੰ ਵੀ ਕਰਦੇ ਹੈਗੇ ਆ। ਕਿੱਥੇ ਵੀ ਹਿਊਮਨ ਬੀਇੰਗਸ ਹੱਥ ਲੱਗ ਸਕਦਾ ਜਾਂ ਕਿੱਥੇ ਉਹਨਾਂ ਦੀ ਐਕਸਪੋਜ਼ਰ ਹੋ ਸਕਦੀ ਆ। ਫਿਰ ਸੈਕਿੰਡ ਅਸੀਂ ਸਾਡੇ ਕਿਹੜੇ ਵਿਜ਼ਿਟਰ ਹੈਗੇ ਪਹਿਲਾਂ ਤਾਂ ਸਾਡੇ ਵਿਜ਼ਿਟਰ ਆਉਂਦੇ ਰਹਿੰਦੇ ਸੀ ਇਟ ਵਾਸ ਵੈਰੀ ਈਜ਼ੀ ਟੂ ਕਮ ਐਂਡ ਗੋ। ਹੁਣ ਸਾਡੇ ਵਿਜ਼ਿਟਰਸ ਕਿਹੜੇ ਉਹਨੂੰ ਚੈਕਿੰਗ ਕਰਨਾ ਪੈਂਦਾ ਉਹਨਾਂ ਨੂੰ ਬਾਹਰੋਂ ਉਹਨੂੰ ਪਹਿਲਾਂ ਅਪੁਆਇੰਟਮੈਂਟ ਲੈਣੀ ਪੈਂਦੀ ਹੈਗੀ ਹੈ ਕੋਈ ਬੰਦਾ ਸਾਨੂੰ ਆਫ ਦ ਸਟਰੀਟ ਆ ਨਹੀਂ ਸਕਦਾ। ਸੋ ਇਹ ਪ੍ਰੀਕਾਸ਼ਨ ਅਸੀਂ ਲਈ। ਬਾਕੀ ਹੋਰ ਕਿਲੇ ਸਾਡਾ ਪੈਕਡ ਸਮਾਨ ਜਾਂਦਾ ਬਾਹਰ ਨੂੰ ਅਸੀਂ ਉਹਨੂੰ ਮੇਕ ਸ਼ੋਰ ਕਰਦੇ ਉਹ ਵੀ ਸੈਨੀਟਾਈਜ਼ਡ ਹੋਵੇ। ਸੋ ਪ੍ਰੀਕਾਸ਼ਨਸ ਸਾਨੂੰ ਕਹਿੰਦੇ 3 ਲੇਅਰਸ ਆਫ ਐਡੀਸ਼ਨਲ ਪ੍ਰੀਕਾਸ਼ਨ ਲੈਣੀਆਂ ਪਈਆਂ। ਫੋਰਚੂਨੇਟਲੀ ਨਾਕ ਆਨ ਕਿਤੇ ਕਹਿੰਦੇ ਹੁੰਦੇ ਤੇ ਕੈਨੇਡਾ ਨਾਕ ਆਨ ਸਾਡੇ ਇਨਫੈਕਸ਼ਨ ਰੇਟ ਵਧੀ ਨੇ ਜਾਂ ਕਿਸੇ ਦਾ ਹੋਈ ਵੀ ਉਹਨੂੰ ਰਾਈਟ ਅਵੇ ਆਈਸੋਲੇਟ ਕਰ ਦਿੱਤਾ। ਸਾਡੀ ਫੈਕਟਰੀ ਦੇ ਵਿੱਚ ਨਹੀਂ ਆਈ। ਸਾਡੇ ਕੋਈ ਵਰਕਰਸ ਬਾਹਰਲੇ ਕੰਟਰੀਆਂ ਤੋਂ ਵੀ ਆਏ ਸੀ ਉਹਨਾਂ ਨੂੰ ਵੀ ਅਸੀਂ ਆਈਸੋਲੇਟ ਕੀਤਾ that ਤੁਸੀਂ ਆਪਣੇ ਹਾਊਸ ਨੂੰ ਪਹਿਲਾਂ ਖਿਆਲ ਰੱਖੋ ਐਂਡ ਦੈਨ ਤੁਸੀਂ ਕੰਮ ਨੂੰ ਆਵੋ। And so ਇਹ ਕਿਹੜੀਆਂ ਪ੍ਰੀਕਾਸ਼ਨਸ ਹੈਗੀਆਂ it's ਸਾਡੇ we have to think about not only our company but ਕਿਹੜੇ ਸਾਡੇ ਕਿਹੜੇ workers ਹੈਗੇ they're part of the
ਕਹਿ ਲਓ ਇਕੋਸਿਸਟਮ ਜੀ ਨਾਲੇ ਉਹਨਾਂ ਨੂੰ ਵੀ ਅਸੀਂ ਉਹਨਾਂ ਦੀ ਵੀ ਸਾਨੂੰ ਚਿੰਤਾ ਕਰਨੀ ਪੈਂਦੀ ਹੈ ਵੀ ਆਰ ਡੂਇੰਗ ਇਟ ਯੈਸ ਬਹੁਤ ਵਧੀਆ ਪਰ ਜਦੋਂ ਅਸੀਂ ਹੈਲਥ ਅਥਾਰਟੀਜ਼ ਦੀ ਗੱਲ ਸੁਣਦੇ ਹਾਂ ਤਾਂ ਉਹ ਕਹਿੰਦੇ ਆ ਕਿ ਫੂਡ ਤੇ ਕੋਈ ਇਫੈਕਟ ਨਹੀਂ ਪੈਂਦਾ ਜੇ ਕੋਵਿਡ ਦੇ ਦੌਰਾਨ ਕੁਝ ਵੀ ਆਊਟਬ੍ਰੇਕ ਹੋ ਵੀ ਜਾਂਦੀ ਹੈ ਜੇ ਅਨਲੱਕੀਲੀ ਕਿਤੇ ਆਊਟਬ੍ਰੇਕ ਹੋ ਗਈ ਕਿਸੇ ਫੂਡ ਡਿਪਾਰਟਮੈਂਟ ਦੇ ਵਿੱਚ ਤਾਂ ਉੱਥੇ ਫੂਡ ਤੇ ਕੋਈ ਇਫੈਕਟ ਨਹੀਂ ਪੈਂਦਾ ਪਰ ਜਿਹੜੀ ਵਰਕਰਸ ਦੀ ਸੇਫਟੀ ਆ ਉਹ ਮਸਟ ਹੈਗੀ ਆ ਯੂ ਨੈਵਰ ਨੋ ਕਿ ਕੱਲ ਨੂੰ ਕੀ ਹੋ ਜਾਵੇ ਪਰ ਹੁਣ ਨਾਲ ਜਦੋਂ ਤੁਸੀਂ ਆਪਣੀ ਫੈਕਟਰੀ ਦੀ ਗੱਲ ਕੀਤੀ ਹੈ ਕਿ ਅਸੀਂ ਸੈਨੀਟਾਈਜ਼ ਕਰਦੇ ਹਾਂ ਸਭ ਕੁਝ ਕਰਦੇ ਹਾਂ ਸੋ ਜਦੋਂ ਅਸੀਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਗਲੂਟਨ ਫ੍ਰੀ ਆਟੇ ਦੀ ਗੱਲ ਕਰਾਂਗੇ ਅੱਜ ਕਿਉਂਕਿ ਗਲੂਟਨ ਫ੍ਰੀ ਆਟਾ ਬਹੁਤ ਸਾਰੇ ਲੋਕ ਇਸਤੇਮਾਲ ਕਰਦੇ ਆ ਯੂਜ਼ ਕਰਦੇ ਆ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਗਲੂਟਨ ਤੋਂ ਐਲਰਜੀਜ਼ ਹੈਗੀਆਂ ਨੇ ਕਿਉਂਕਿ ਅਸੀਂ ਜਦੋਂ ਡਿਫਰੈਂਟ ਤਰ੍ਹਾਂ ਦੇ এনवायरमेंट ਦੇ ਵਿੱਚ ਰਹਿੰਦੇ ਆ ਤਾਂ ਡਿਫਰੈਂਟ ਤਰ੍ਹਾਂ ਦੀਆਂ ਐਲਰਜੀਜ਼ ਵੀ ਸਾਡੇ ਸਾਹਮਣੇ ਆ ਜਾਂਦੀਆਂ ਖਾਸ ਕਰਕੇ ਫੂਡ ਨੂੰ ਲੈ ਕੇ ਤੇ ਅਸੀਂ ਆਟੇ ਤੋਂ ਬਿਨਾਂ ਰਹਿ ਨਹੀਂ ਸਕਦੇ ਸਾਨੂੰ ਆਟਾ ਇਜ਼ ਮਸਟ ਸਾਨੂੰ ਰੋਟੀ ਇੱਕ ਚਾਹੇ ਖਾਈਏ ਪਰ ਰੋਟੀ ਚਾਹੀਦੀ ਹੁੰਦੀ ਹੈ ਸੋ ਗਲੂਟਨ ਫ੍ਰੀ ਆਟਾ ਕਿਸ ਤਰ੍ਹਾਂ ਪ੍ਰਿਪੇਅਰ ਕੀਤਾ ਜਾਂਦਾ ਹਾਂ ਸੋ ਪਹਿਲਾਂ ਤਾਂ ਮੈਂ ਸਵਾਲ ਲਿਸਨਰਸ ਨੂੰ ਪਾਉਂਦਾ that maybe ਤੁਹਾਨੂੰ ਪਤਾ ਜਾਂ ਨਹੀਂ ਪਤਾ ਤੁਸੀਂ ਗਲੂਟਨ ਇੰਟੋਲਰੈਂਟ ਹੈਗੇ ਜਾਂ ਨਹੀਂ ਯੂ ਡੋਨਟ ਨੋ ਮੈਨੀ ਕਸਟਮਰਸ ਨੂੰ ਸਾਡੇ ਨੂੰ ਉਹਨੂੰ ਪਤਾ ਨਹੀਂ ਹੈਗਾ that ਸਾਨੂੰ ਇਹ ਇਸ਼ੂ ਹੈਗੀ ਆ ਜੀ ਓਕੇ ਬਿਕਾਜ਼ ਮੈਨੀ ਪੀਪਲ ਉਹਨਾਂ ਨੂੰ ਮਾਈਲਡ ਸਿੰਪਟਮਸ ਹੁੰਦੀਆਂ ਓਕੇ ਜਾਂ ਸਮਟਾਈਮਸ ਉਹਨਾਂ ਦੀ ਪੇਟ ਦੁਖਣ ਲੱਗ ਪੈਂਦੀ ਹੈ ਜਾਂ ਖਾਣਾ ਮੇ ਵੀ ਹਾਜ਼ਮ ਨਹੀਂ ਹੁੰਦਾ ਜਾਂ ਸਪੈਸ਼ਲੀ ਜੋ ਕਿ ਸਮਟਾਈਮਸ ਕਹਿੰਦੇ ਅਸੀਂ ਜ਼ਿਆਦਾ ਖਾ ਲਿਆ ਅੱਜ ਓਕੇ ਸਮਟਾਈਮਸ ਤੁਸੀਂ ਜ਼ਿਆਦਾ ਰੋਟੀ ਖਾ ਲਵੋ ਫਿਰ ਉਹ ਕਿੱਲੇ ਰੋਟੀ ਤੁਸੀਂ ਜ਼ਿਆਦਾ ਖਾਂਦੇ ਆ ਫਿਰ ਦੈਨ ਉਹ ਗਲੂਟਨ ਵੀ ਜ਼ਿਆਦਾ ਤੁਹਾਡੇ ਸਿਸਟਮ ਵਿੱਚ ਆ ਜਾਂਦਾ ਫਿਰ ਤੁਸੀਂ ਮਹਿਸੂਸ ਕਰਦੇ ਆ ਸੋ I'm sure the majority of the people ਕਿਹਨਾਂ ਪਰ ਐਲਰਜੀ ਹੈਗੀ ਹੈ ਗਲੂਟਨ ਨੂੰ ਉਹਨਾਂ ਨੂੰ ਪਤਾ ਵੀ ਨਹੀਂ ਹੈਗਾ ਤਾਂ ਸਾਨੂੰ ਐਲਰਜੀ ਹੈਗੀ ਹੈ ਓਕੇ ਸੋ ਪਹਿਲਾਂ ਤਾਂ ਮੈਂ ਲਿਸਨਰਸ ਨੂੰ ਇਹ ਕਹਿੰਦਾ ਤੁਸੀਂ ਆਪਣੇ ਆਪ ਨੂੰ ਟੈਸਟ ਕਰੋ ਤੁਸੀਂ ਦੇਖੋ you don't have to do a medical test yes ਤੁਸੀਂ self test ਕਰ ਸਕਦੇ ਹੋ ਤੁਸੀਂ ਇੱਕ ਦਿਨ ਰੋਟੀ ਛੱਡ ਦਵੋ ਚੀਜ਼ ਤੁਸੀਂ ਅਲੱਗ ਖਾ ਕੇ ਦੇਖੋ ਓਕੇ ਜਾਂ ਮੱਕੀ ਦੀ ਰੋਟੀ ਖਾ ਕੇ ਦੇਖੋ ਓਕੇ ਜਾਂ ਤੁਸੀਂ ਚਾਵਲ ਖਾ ਕੇ ਦੇਖੋ ਉਸ ਦਿਨ ਦੇ ਜਾਂ ਮੇਬੀ ਤੁਸੀਂ ਸਾਡਾ ਗਲੂਟਨ ਫ੍ਰੀ ਟਰਾਈ ਕਰਕੇ ਦੇਖੋ ਐਂਡ ਦੈਨ ਸੀ ਤੁਹਾਡੇ ਪੇਟ ਤੁਹਾਡੇ ਸਾਰਾ ਡਾਈਜੈਸਟਿਵ ਸਿਸਟਮ ਹੈਗਾ ਕੋਈ ਉੱਤੇ ਪੋਜ਼ਿਟਿਵ ਇਫੈਕਟ ਪਿਆ ਜੀ ਤੁਹਾਨੂੰ ਕੋਈ ਦਰਦ ਹੋਈ ਜਾਂ ਨਹੀਂ ਹੋਈ ਰਾਈਟ ਕੱਟੀ if it's gone down then possible maybe ਤੁਹਾਡੇ ਪਾ ਐਲਰਜੀ ਹੈਗੀ ਹੈ ਜੀ ਓਕੇ ਸੋ what ਪਹਿਲਾਂ ਐਲਰਜੀ ਹੈਗੀ ਕੀ ਹੈ ਕਿ ਤੁਸੀਂ ਇੰਟਰੋਡਕਸ਼ਨ ਵਿੱਚ ਕਿਹਾ ਸੀ ਇਹ ਪ੍ਰੋਟੀਨ ਹੈਗੀ ਹੈ ਵੀਟ ਦੇ ਵਿੱਚ ਹੁੰਦੀ ਹੈ ਇਕੱਲੀ ਜੀ ਇਹ ਪ੍ਰੋਟੀਨ ਕਿਹੜੀ ਹੈਗੀ ਆ ਕੋਈ ਪੀਪਲ ਹੈਗੇ ਉਹਨਾਂ ਪਰ ਇਹ ਹਾਜ਼ਮ ਨਹੀਂ ਹੋ ਸਕਦੀ ਦੇ ਕੈਨ ਡਾਈਜੈਸਟਡ ਕਈਆਂ ਨੂੰ ਬਹੁਤ ਸੀਵੀਅਰ ਐਲਰਜੀ ਹੋ ਜਾਂਦੀ ਹੈ ਓਕੇ ਕਿਹੜੇ ਬੰਦੇ ਸੀਰੀਅਕ ਕਹਿ ਦਿੰਦੇ ਉਹ ਤਾਂ ਵੈਰੀ ਸੀਰੀਅਸ ਹੈਗੇ ਆ ਓਕੇ ਜੀ ਜੀ ਸੋ ਉਹ ਕਿਹੜਾ ਅਸੀਂ ਆਟਾ ਕਿਹੜਾ ਅਸੀਂ ਬਣਾਉਂਦੇ ਹੈਗੇ ਗਲੂਟਨ ਫ੍ਰੀ ਅਸੀਂ ਇਹ ਨਹੀਂ ਕਰਦੇ ਹੈਗੇ ਤਾਂ ਕਣਕ ਦੇ ਵਿੱਚੋਂ ਅਸੀਂ ਗਲੂਟਨ ਕੱਢ ਲੈਂਦੇ ਆ ਓਕੇ ਉਹ ਕਾੜੀ ਸਕਦੇ ਨੇ ਜੀ ਯੂ ਕੈਨ ਇਹ ਕਹਿ ਦੋ ਤਾਂ ਤੁਸੀਂ ਜੇ ਕਹਿ ਦੋ ਬੰਦੇ ਦੇ ਵਿੱਚ ਖੂਨ ਕੱਢ ਲਿਆ ਯੂ ਕੈਨ ਤੂੰ ਮਾਰੀ ਦਿੱਤਾ ਇਟਸ ਨਾਟ ਪੋਸੀਬਲ ਰਾਈਟ ਸੋ ਕਿਹੜੀ ਕਣਕ ਹੈਗੀ ਉਹਦੇ ਵਿੱਚੋਂ ਤੁਸੀਂ ਗਲੂਟਨ ਕੱਢ ਨਹੀਂ ਸਕਦੇ ਤੁਹਾਨੂੰ ਐਸੀ ਆਟਾ ਬਣਾਉਣਾ ਪੈਂਦਾ ਆਲਟਰਨੇਟਿਵ ਲੱਭਣਾ ਪੈਂਦਾ ਕਰੈਕਟ ਆਲਟਰਨੇਟ ਕੋਈ ਗ੍ਰੇਨ ਹੈਗੀ ਜੀ ਸੋ ਸਾਡੇ ਗਲੂਟਨ ਫ੍ਰੀ ਦੇ ਵਿੱਚ ਅਸੀਂ ਕਿਹੜੀ ਗ੍ਰੇਨਸ ਪਿਕ ਕੀਤੀਆਂ ਹੈਗੀ ਆ ਰਾਈਸ ਫਲਾਵਰ ਹੈਗੀ ਆ ਚਾਵਲ ਦੀ ਮੱਕੀ ਬੇਸਨ ਅਲਸੀ ਐਂਡ ਸੋਇਆ ਇਹ ਪੰਜ ਚੀਜ਼ਾਂ ਹੈਗੀਆਂ ਅਸੀਂ ਇਹ ਕਿਹੜੀ ਪੰਜ ਚੀਜ਼ਾਂ ਤਾਂ ਪਿਕ ਕੀਤੀਆਂ ਬਿਕਾਜ਼ ਇਹਨਾਂ ਦੇ ਵਿੱਚ ਮੈਕਸਿਮਮ ਹੋਰ ਨਿਊਟ੍ਰੀਸ਼ਨਲ ਵੈਲਿਊ ਹੈਗੇ ਆ ਕਿਹੜੇ ਇਹ ਸਬਸਟੀਟਿਊਟ ਕਰ ਸਕਦੇ ਕਣਕ ਲਈ ਕਿਉਂਕਿ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਗਲੂਟਨ ਫ੍ਰੀ ਹੁੰਦੀਆਂ ਤੁਸੀਂ ਸਪੈਸੀਫਿਕਲੀ ਇਹਨਾਂ ਚੀਜ਼ਾਂ ਨੂੰ ਚੁਣਿਆ ਹਾਂਜੀ ਇਹ ਚੀਜ਼ਾਂ ਬਿਕਾਜ਼ ਇਹ ਕਵਰ ਕਰ ਲੈਂਦੀਆਂ ਕਿਹੜੀ ਤੁਹਾਨੂੰ ਕਣਕ ਤੋਂ ਯੂਜੂਅਲੀ ਮਿਲਦੀ ਹੈ ਓਕੇ ਕਿ ਕਣਕ ਦੇ ਵਿੱਚ ਪ੍ਰੋਟੀਨ ਬਹੁਤ ਹਾਈ ਹੁੰਦੀ ਹੈ ਰਾਈਟ ਸੇ ਦੂਸਰੀਆਂ ਆਈਟਮਾਂ ਕਿਹੜੀ ਇਹ ਇਹਨਾਂ ਵਿੱਚ ਪ੍ਰੋਟੀਨ ਹਾਈ ਹੈਗੀ ਇਹ ਕਵਰ ਕਰ ਸਕਦੀਆਂ ਜਦ ਤੁਸੀਂ ਕਣਕ ਕੱਢ ਦੋ ਆਪਣੇ ਡਾਈਟ ਦੇ ਵਿੱਚ ਓਕੇ ਸੋ ਪਹਿਲਾਂ ਇਹ ਰੈਸਿਪੀ ਅਸੀਂ ਬਣਾਈ ਦੈਨ ਫਿਰ ਇਹ ਇਦਾਂ ਤਿਆਰ ਕੀਤੀ ਤੇ ਇਹਦੀ ਰੋਟੀ ਗੁੰਨ ਵੀ ਹੋ ਜਾਵੇ ਬਣ ਵੀ ਜਾਵੇ ਬਿਲਕੁਲ ਬਹੁਤ ਸਾਰੇ ਜਿਹੜੇ ਵਿਊਅਰਸ ਵੀ ਹੈਗੇ ਆ ਉਹਨਾਂ ਨੂੰ ਵੀ ਪਤਾ ਹੋਣਾ ਜਿਹੜੇ ਗਲੂਟਨ ਫ੍ਰੀ ਆਟਾ ਜਿਹੜਾ ਵਰਤਦੇ ਹੈਗੇ ਆ ਕਿ ਉਹ ਜਦੋਂ ਅਸੀਂ ਰੋਟੀ ਬਣਾਉਂਦੇ ਆ ਰੋਟੀ ਨਹੀਂ ਬਣਦੀ ਸੀ ਉਹ ਜਿਵੇਂ ਰੋਟੀ ਆਪਾਂ ਗੋਲ ਵੇਲਦੇ ਆ ਜਾਂ ਉਹਨੂੰ ਡੋ ਨੂੰ ਬਣਾਉਂਦੇ ਆ ਤਾਂ ਡੋ ਨਹੀਂ ਬਣਦਾ ਸੀ ਸੋ ਇਹ ਹੁਣ ਜਦੋਂ ਤੁਹਾਡਾ ਆਟਾ ਅਸੀਂ ਯੂਜ਼ ਕਰਦੇ ਆ ਉਹਦੀ ਰੋਟੀ ਬਣ ਸਕਦੀ ਹਾਂ ਬਿਲਕੁਲ ਬਣ ਸਕਦੀ ਹੈ ਅਸੀਂ ਇਹ ਕਿਹਾ ਤਾਂ ਠੀਕ ਹੈ ਤੁਸੀਂ ਕੋਈ ਵਧੀਆ ਚੀਜ਼ ਕਰ ਲਓ ਪਰ ਜਦ ਬਣ ਨਾ ਸਕੇ ਤੁਸੀਂ ਉਹਨੂੰ ਪ੍ਰਿਪੇਅਰ ਨਹੀਂ ਕਰ ਸਕਦੇ ਫਿਰ ਫਾਇਦਾ ਕੀ ਹੈਗਾ ਉਹਦਾ ਰਾਈਟ ਸੋ ਸਾਡੀ ਰੋਟੀ ਗੁੰਨ ਹੋ ਜਾਂਦੀ ਹੈ ਫੁੱਲਦੀ ਹੈਗੀ ਆ ਐਂਡ ਇਹਦੇ ਵਿੱਚ ਸਾਨੂੰ ਵੈਰੀ ਪੋਜ਼ਿਟਿਵ ਰਿਸਪੌਂਸ ਆਇਆ
ਹੁਣ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਣੀ ਹੈ that gluten free ਆਟਾ ਕਿਹੜਾ ਹੈਗਾ ਮਾਰਕੀਟ ਦੇ ਵਿੱਚ 2 or 3 ਹੋਣਗੇ ਉਹ ਵੀ 2 or 3 ਦੇ ਵਿੱਚੋਂ ਕੱਲਾ ਸਾਡਾ ਕਿਹੜਾ ਕੰਟੀਨਿਊਸ ਦੀ ਸਪਲਾਈ ਹੈਗੀ ਆ ਨਾਲੇ ਕੰਟੀਨਿਊਸਲੀ ਅਵੇਲੇਬਲ ਹੈਗਾ all the time ਅਵੇਲੇਬਲ ਹੈਗਾ ਇਹ ਕਾਹਤੇ ਬਿਕਾਜ਼ ਸਾਡਾ ਇੱਥੇ ਬਣਦਾ ਸਾਡਾ ਇੱਥੇ ਨਾਰਥ ਅਮਰੀਕਾ ਦੇ ਵਿੱਚ ਬਣਦਾ ਕਿ ਦੂਸਰੇ gluten free ਹੈਗੇ ਉਹ ਆਉਂਦੇ ਹੈਗੇ ਇੰਡੀਆ ਤੋਂ ਅਸੀਂ ਦੇਖਿਆ ਹੈਗਾ that ਕਿਹੜੇ ਸਾਡੇ gluten free ਆਟੇ ਨੂੰ ਹੱਥ ਪਾਉਂਦੇ ਹੈਗੇ ਆ ਉਹ ਕੌਨਫੀਡੈਂਸ ਨਾਲ ਪਾਉਂਦੇ ਹੈਗੇ ਆ ਉਹਨਾਂ ਨੂੰ ਕੌਨਫੀਡੈਂਸ ਹੈਗਾ that ਇਹ ਬਣਿਆ ਹੈਗਾ ਲੋਕਲ ਨਾਲੇ ਲੋਕਲ ਹੈਲਥ ਅਥਾਰਟੀਜ਼ ਦੇ ਮੁਤਾਬਕ ਇਹ ਪ੍ਰੋਡਕਸ਼ਨ ਦੀ ਹੈਗੀ ਹੈ ਇਹਨਾਂ ਨੂੰ ਇਹ ਤੇ ਸਾਨੂੰ ਵਿਸ਼ਵਾਸ ਹੈਗਾ ਤਾਂ ਕੀ ਇਹਨਾਂ ਨੇ ਕਿਹਾ ਹੈਗਾ ਉਹ ਹੈਗਾ ਜੀ okay so ਅਸੀਂ we are the only gluten free producers in North America okay and we are the only ones that can continuously supply ਕਰਦੇ ਹੈਗੇ because ਕਿਹੜੀ ਸਪਲਾਈ overseas ਆਉਂਦੀ ਹੈਗੀ ਹੈ ਉਹ ਟੁੱਟ ਵੀ ਆਉਂਦੀ ਹੈ sometimes ਆ ਜਾਂਦਾ sometimes ਨਹੀਂ ਆਉਂਦਾ so ਇਹ ਮੈਂ ਮੰਗਦਾ listeners ਨੂੰ ਦੱਸਣ ਨੂੰ that ਸਾਡੀ ਅਲੱਗ ਫੈਸਿਲਿਟੀ ਹੈਗੀ ਹੈ ਉਹਦੇ ਵਿੱਚ ਕੋਈ ਕੰਟੈਮੀਨੇਸ਼ਨ ਦੀ ਗੱਲ ਹੋ ਨਹੀਂ ਸਕਦੀ ਮਸ਼ੀਨਰੀ ਅਲੱਗ ਹੈਗੀ ਹੈ ਸਾਡੇ ਇੱਥੇ ਤੱਕ ਸਾਡੇ ਪ੍ਰੋਡਕਸ਼ਨ ਵਰਕਰਸ ਵੀ ਅਲੱਗ ਹੈਗੇ ਆ ਬਿਕਾਜ਼ ਸਮਟਾਈਮਸ ਲੇਬਰ ਵੀ ਵਰਕਰਸ ਵੀ ਉਹ ਕੰਟੈਮੀਨੇਟ ਕਰ ਸਕਦੇ ਇੱਕ ਫੈਕਟਰੀ ਦੂਸਰੀ ਫੈਕਟਰੀ ਵਿੱਚ ਆ ਕੇ ਤਾਂ ਵਰਕਰ ਵੀ ਤੁਸੀਂ ਅਲੱਗ ਰੱਖੇ ਹੋਏ ਆ ਵਰਕਰ ਵੀ ਅਲੱਗ ਆ ਓਕੇ ਸਮਟਾਈਮਸ ਉਹ ਲੰਚ ਦੇ ਵਿੱਚ ਕੁਝ ਰੋਟੀ ਖਾ ਲੈਣ ਕਣਕ ਵਾਲੀ ਉਹ ਵੀ ਅਲੱਗ ਹੈਗਾ ਉਹਨਾਂ ਦਾ ਲੰਚ ਰੂਮ ਵੀ ਏਰੀਆ ਉਹਦਾ ਅਲੱਗ ਹੁੰਦੇ ਆ ਸੋ ਦੈਟ ਉਹ ਕੋਈ ਕਿਤੇ ਵੀ ਕੰਟੈਮੀਨੇਸ਼ਨ ਹੋ ਨਾ ਸਕੇ ਬਿਕਾਜ਼ ਗਲੂਟਨ ਕਿਹੜਾ ਕੰਟੈਮੀਨੇਸ਼ਨ ਕਿਹੜੀ ਹੈਗੀ ਹੈ ਇਹਦਾ ਟੋਲਰੈਂਸ ਲੈਵਲ ਬਹੁਤ ਲੋ ਆ ਆਫੀਸ਼ੀਅਲੀ ਉਹ ਕਹਿੰਦੇ ਹੈਗੇ that 20 rule a lot 20 parts per million threshold ਆ ਓਕੇ ਸੋ ਜਦ ਤੁਸੀਂ ਕੋਈ ਚੀਜ਼ ਦੇ ਤੁਸੀਂ ਉਹਦੇ ਕਹਿ ਦੋ ਮਿਲੀਅਨ ਹਿੱਸੇ ਬਣਾ ਲਵੋ ਉਹਦੇ ਵਿੱਚੋਂ ਜੇ 20 ਪਾਰਟਸ ਹੋਣ gluten ਹੋਣ then ਫਿਰ ਉਹ gluten free ਹੋ ਸਕਦਾ ਜਾਂ ਉਹ 21 ਹੋ ਗਏ then it's not gluten free then that's so hard ਬਹੁਤ ਟਫ ਹੈਗਾ ਹੈ ਕਿ ਤੁਸੀਂ ਜਦੋਂ ਗਲੂਟਨ ਫ੍ਰੀ ਆਟਾ ਬਣਾਉਂਦੇ ਹੋ ਤਾਂ ਤੁਹਾਨੂੰ ਬਹੁਤ ਸਾਰੀਆਂ ਪ੍ਰੀਕਾਸ਼ਨਸ ਫੋਲੋ ਕਰਨੀਆਂ ਪੈਣੀਆਂ ਕਿ ਜਦੋਂ ਜੇ ਥੋੜਾ ਜਿਹਾ ਵੀ ਇੱਧਰ ਉੱਧਰ ਹੋ ਗਿਆ ਤਾਂ ਉਹ ਤੋਂ ਹੈਲਥ ਅਥਾਰਟੀਜ਼ ਨੇ ਪਹਿਲਾਂ ਅਪਰੂਵ ਨਹੀਂ ਕਰਨਾ ਫਿਰ ਜਿਹੜਾ ਖਾਊਗਾ ਉਹਨਾਂ ਨੂੰ ਵੀ ਜਿਹੜੀ ਪ੍ਰੋਬਲਮ ਹੋ ਸਕਦੀ ਹੈ ਹੁਣ ਤੁਸੀਂ ਕਿਹਾ ਕਿ ਕੈਨੇਡਾ ਦੇ ਵਿੱਚ ਬਣਦਾ ਹੈਗਾ ਤੁਸੀਂ ਕੈਨੇਡੀਅਨ ਗ੍ਰੇਨਸ ਜਿਹੜੀਆਂ ਨੇ ਉਹ ਯੂਜ਼ ਕਰਦੇ ਆ ਇੱਥੋਂ ਗ੍ਰੇਨਸ ਜਿਹੜੀਆਂ ਨੇ ਲੋਕਲੀ ਆਉਂਦੀਆਂ ਨੇ ਤੇ ਇਹ ਆਟਾ ਜਿਹੜਾ ਕੈਨੇਡਾ ਤੋਂ ਇਲਾਵਾ ਹੋਰ ਕਿਤੇ ਵੀ ਅਵੇਲੇਬਲ ਹੈਗਾ ਇਹ ਹੈਗਾ ਅਮਰੀਕਾ ਦੇ ਵਿੱਚ ਵੀ ਅਵੇਲੇਬਲ ਹੈਗਾ ਰਾਈਟ ਨਾਓ ਕੱਲ ਨਾਰਥ ਅਮਰੀਕਾ ਦੇ ਵਿੱਚ ਅਵੇਲੇਬਲ ਹੈਗਾ ਸਾਨੂੰ ਇਨਕੁਆਇਰੀਜ਼ ਆਈਆਂ ਹੈਗੀਆਂ ਯੂਕੇ ਤੋਂ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੋਂ ਵੀ ਆਈਆਂ ਹੈਗੀਆਂ ਉੱਥੇ ਆਟਾ ਹਲੇ ਨਹੀਂ ਪਹੁੰਚਿਆ ਹੈਗਾ ਹੋਪਫੁਲੀ ਸਮਡੇ ਪਹੁੰਚ ਜਾਊਗਾ ਬਟ ਰਾਈਟ ਨਾਓ ਨਾਰਥ ਅਮਰੀਕਾ ਦੇ ਵਿੱਚ ਅਵੇਲੇਬਲ ਸੋ ਕੈਨੇਡਾ ਦੇ ਵਿੱਚ ਹਰ ਲੋਕੇਸ਼ਨ ਦੇ ਉੱਤੇ ਕੈਲਗਰੀ ਟੋਰਾਂਟੋ ਸਾਰੇ ਕਿਤੇ ਅਵੇਲੇਬਲ ਹੈਗਾ ਤੇ ਕੋਈ ਵੀ ਉੱਥੇ ਜਾ ਕੇ ਜਿਹੜਾ ਪਰਚੇਸ ਕਰ ਸਕਦਾ ਹਾਂਜੀ ਬਿਲਕੁਲ ਸੋ ਜਿਵੇਂ ਹੁਣ ਇਸ ਆਟੇ ਦੀ ਅਸੀਂ ਗੱਲ ਕਰ ਰਹੇ ਹਾਂ ਗਲੂਟਨ ਫ੍ਰੀ ਆਟਾ ਗਲੂਟਨ ਫ੍ਰੀ ਹੋਰ ਪ੍ਰੋਡਕਟ ਫਿਊਚਰ ਦੇ ਵਿੱਚ ਆਉਣ ਦਾ ਕੋਈ ਪਲਾਨ ਹੈਗਾ ਸਾਡੇ gluten free products ਹੋਰ ਹੈਗੇ ਆ ਅਸੀਂ ਰਾਈਟ ਨਾਓ ਅਸੀਂ ਉਹਨੂੰ ਕਲੇਮ ਨਹੀਂ ਕਰਦੇ that gluten free ਉਹ ਹੈਗੇ ਉਹ ਵੀ gluten free ਫੈਸਿਲਿਟੀ ਦੇ ਵਿੱਚ ਬਣਦੇ ਹੈਗੇ ਆ ਬਟ ਇੱਕ ਇਸ਼ੂ ਅਸੀਂ ਦੇਖਿਆ ਹੈ ਕਿ ਸਾਡੀ ਕਮਿਊਨਿਟੀ ਦੇ ਵਿੱਚ ਕਿੱਲੇ ਉਹ gluten free ਮੱਕੀ ਦਾ ਦੇਖ ਲੈਣ ਜਾਂ gluten free ਬੇਸਨ ਦੇਖ ਲੈਣ ਜਾਂ gluten free ਉਹ ਕਹਿ ਦੋ ਅਲਸੀ ਦੇਖ ਲੈਣ ਉਹ ਫਿਰ ਮੇਬੀ ਉਹਨਾਂ ਦੇ ਵਿੱਚ ਵਹਿਮ ਪੈ ਜਾਂਦਾ ਇਹਨਾਂ ਨੇ gluten ਕੱਢ ਲਿਆ ਵਿੱਚੋਂ gluten ਹੈ ਨਹੀਂ ਇਹਦੇ ਵਿੱਚ ਪਰ ਉਹ ਨੈਚੁਰਲੀ gluten ਹੁੰਦਾ ਨਹੀਂ ਸਭ ਤੋਂ ਬੈਸਟ ਸਾਨੂੰ ਰਿਸਪਾਂਸ ਆਇਆ ਹੈਗਾ ਕਿ ਸਾਡਾ ਆਹ gluten free ਆਟਾ ਮਲਟੀਗ੍ਰੇਨ ਦਾ ਕਿ ਮੈਂ ਤੁਹਾਨੂੰ ਸਮਝਾਇਆ ਕਿ ਵਿੱਚ 5 ਆਈਟਮਸ ਪਾਈਆਂ ਇਹ ਤੋਂ ਸਭ ਤੋਂ ਬੈਸਟ ਰਿਸਪਾਂਸ ਇਹਦਾ ਸਾਨੂੰ ਆਇਆ ਸੋ ਫਾਰ ਕਾਤੇ ਆਇਆ ਆਲਸੋ ਅਨਦਰ ਰੀਜ਼ਨ ਇਹ ਹੈਗੀ ਆ that ਇਹਦੀ ਰੋਟੀ ਤੁਸੀਂ ਬਣਾ ਲਓ ਸਾਰੀ ਫੈਮਿਲੀ ਖਾ ਸਕਦੇ ਆ many gluten free items ਹੈਗੀਆਂ ਕਿਹੜੀਆਂ ਉਹਦਾ ਟੇਸਟ ਚੇਂਜ ਹੋ ਜਾਂਦਾ ਟੇਸਟ ਚੇਂਜ ਹੋ ਜਾਂਦਾ that ਉਹ ਆਲਮੋਸਟ ਕਹਿ ਦੋ ਤੁਹਾਨੂੰ ਅਲੱਗ ਮੀਲ ਉਸ ਬੱਚੇ ਲਈ ਤਾਂ ਉਸ ਪਰਸਨ ਨੂੰ ਬਣਾਉਣਾ ਪੈਂਦਾ ਹੁੰਦਾ ਬਿਕਾਜ਼ ਉਹ ਟੇਸਟੀ ਨਹੀਂ ਹੁੰਦਾ ਜਾਂ ਡਰਾਈ ਹੋ ਜਾਂਦਾ ਜਾਂ ਉਹ ਬਾਅਦ ਵਿੱਚ ਖਾ ਨਹੀਂ ਹੁੰਦੀ ਰੋਟੀ ਜਾਂ ਸੁੱਕ ਜਾਂਦੀ ਹੈ ਸੋ ਇਦਾਂ ਦੀਆਂ ਪ੍ਰੋਬਲਮਸ ਜਿਹੜੀਆਂ ਬਿਲਕੁਲ ਨਹੀਂ ਆਣੀਆਂ ਜੇ ਅਸੀਂ ਇਹ ਵਾਲਾ ਪ੍ਰੋਡਕਟ ਜਿਹੜਾ ਗਲੂਟਨ ਫ੍ਰੀ ਤੁਹਾਡੇ ਪ੍ਰੋਡਕਟ ਹੈਗੇ ਇਹਨਾਂ ਨੂੰ ਯੂਜ਼ ਕਰਦੇ ਹਾਂ ਹੁਣ ਬਹੁਤ ਸਾਰੇ ਸਵਾਲ ਇਹ ਵੀ ਆਉਂਦੇ ਆ ਕਿ ਜਦੋਂ ਗਲੂਟਨ ਫ੍ਰੀ ਤੇ ਵੀਗਨ ਹੁਣ ਬਹੁਤ ਸਾਰੇ ਲੋਕ ਵੀਗਨ ਆਪਸ਼ਨਸ ਦੇ ਵੱਲ ਜਾ ਰਹੇ ਹੈਗੇ ਕਿ ਹੁਣ ਜਦੋਂ ਚਾਹੇ ਗਲੂਟਨ ਫ੍ਰੀ ਤੇ ਵੀਗਨ ਅਲੱਗ-ਅਲੱਗ ਚੀਜ਼ਾਂ ਨੇ ਪਰ ਜਿਹੜਾ ਵੀਗਨ ਬੰਦਾ ਉਹ ਤੁਹਾਡਾ ਗਲੂਟਨ ਫ੍ਰੀ ਆਟਾ ਜਿਹੜਾ ਉਹ ਕੰਜ਼ਿਊਮ ਕਰ ਸਕਦਾ ਹਾਂ ਜੀ ਬਿਲਕੁਲ ਖਾ ਸਕਦਾ ਯੈਸ ਸੋ ਉਹ ਜਿਹੜੇ ਪ੍ਰੋਡਕਟ
ਹੈਗੇ ਆ ਉਹ ਹਰ ਕਿਸੇ ਦੇ ਲਈ ਹੈ, ਚਾਹੇ ਉਹ ਵੀਗਨ ਹੈ ਚਾਹੇ ਗਲੂਟਨ ਫ੍ਰੀ ਹੈ, ਤੇ ਜਿਹੜੇ ਨਹੀਂ ਵੀ ਗਲੂਟਨ ਫ੍ਰੀ ਜਿਹੜੇ ਵਧੀਆ ਆਟਾ ਖਾਣਾ ਚਾਹੁੰਦੇ ਆ ਤੇ ਉਹ ਵੀ ਉਸ ਆਟੇ ਨੂੰ ਯੂਜ਼ ਕਰ ਸਕਦੇ ਆ। ਐਬਸੋਲੂਟਲੀ, ਬਿਲਕੁਲ। ਅਸੀਂ ਇੱਥੇ ਤੱਕ ਕਿਹੜੀ ਸਾਡੀ ਰਾ ਮਟੀਰੀਅਲ ਸਪਲਾਈ ਪਿੱਛੋਂ ਆਉਂਦੀ ਹੈਗੀ ਆ, ਅਸੀਂ ਉਹਦਾ ਤੋਂ ਸਰਟੀਫਿਕੇਟ ਮੰਗਦੇ ਹੁੰਦੇ ਆ ਓਕੇ that ਇਹ ਆਈਟਮ ਗਲੂਟਨ ਫ੍ਰੀ ਹੋਵੇ। ਹੁਣ ਅਸੀਂ ਕਿਹੜੀ ਸਾਡੀ ਮੱਕੀ ਆਉਂਦੀ ਪਿੱਛੋਂ, ਅਸੀਂ ਉੱਥੋਂ ਫਾਰਮਰਾਂ ਤੋਂ ਕਹਿੰਦੇ ਕਿ ਸਾਨੂੰ ਇਹਦਾ ਸਰਟੀਫਿਕੇਟ ਦਵੋ that ਕਿਤੇ ਇਹਦੇ ਵਿੱਚ ਕੰਟੈਮੀਨੇਸ਼ਨ ਨਾ ਹੋ ਜਾਵੇ ਗਲੂਟਨ ਦਾ। ਸੋ ਇਹ ਕਿੱਦਾਂ ਹੋ ਸਕਦਾ? ਸਮਟਾਈਮਸ ਇੱਕ ਖੇਤ ਹੁੰਦਾ ਮੱਕੀ ਦਾ, ਨਾਲ ਦਾ ਖੇਤ ਹੁੰਦਾ ਕਣਕ ਦਾ, ਉਹ ਕਣਕ ਉੜ ਕੇ ਆ ਸਕਦਾ ਮੱਕੀ ਦੇ ਵਿੱਚ। ਸੋ ਇਹ ਇਦਾਂ ਵੀ ਹੋ ਸਕਦਾ ਹੈ ਕਿ ਜੇ ਨਾਲ ਖੇਤ ਹੈਗੇ ਆ ਤਾਂ ਉਹ ਗਲੂਟਨ ਫ੍ਰੀ ਜਿਹੜਾ ਉਹਦੇ ਬਣਾਉਣ 'ਚ ਮੁਸ਼ਕਿਲ ਆ ਸਕਦੀ ਹੈ। ਸੋ ਸਿਰਫ ਤੇ ਸਿਰਫ ਮੱਕੀ ਹੋਣੀ ਚਾਹੀਦੀ ਹੈ, ਜਾਂ ਤੇ ਉਹਦੇ ਆਸੇ-ਪਾਸੇ ਕਣਕ ਨਹੀਂ ਹੋਣੀ ਚਾਹੀਦੀ, ਆਸੇ-ਪਾਸੇ ਕਣਕ ਨਹੀਂ ਹੋ ਸਕਦੀ। ਸੋ ਇਹੀ ਮੱਕੀ ਦਾ, ਇਹੀ ਚਾਵਲ ਦਾ, ਇਹੀ ਅਲਸੀ ਦਾ, ਇਹੀ ਚਨੇ ਦਾ, ਬੇਸਨ ਦਾ, ਉਹ ਸਾਰੇ ਕਿਹੜੇ ਸਾਡੇ ਸਪਲਾਇਰ ਹੈਗੇ, ਅਸੀਂ ਉਹਨਾਂ ਤੋਂ ਸਰਟੀਫਿਕੇਟ ਮੰਗਦੇ ਆ ਤੇ ਸਾਨੂੰ ਐਨਾਲਿਸਿਸ ਦਵੋ, ਲੈਬੋਰੇਟਰੀ ਐਨਾਲਿਸਿਸ ਦਵੋ that ਤੁਹਾਡਾ ਇਹ ਗਲੂਟਨ ਫ੍ਰੀ ਹੈਗਾ, ਵੀ ਤਾਂ ਹੀ ਫਿਰ ਅਸੀਂ ਉਹ ਰਾ ਮਟੀਰੀਅਲ ਵਰਤ ਕੇ ਯੂਜ਼ ਕਰਕੇ ਪ੍ਰੋਸੈਸ ਕਰਕੇ ਫਿਰ ਤਾਂ ਅਸੀਂ ਕਹਿ ਸਕਦੇ ਸਾਡਾ ਗਲੂਟਨ ਫ੍ਰੀ ਹੈਗਾ। ਅਸੀਂ ਸੋਚਦੇ ਜਿੰਨਾ ਹੈਗੇ ਆ ਕਿ ਇੱਕ ਤੁਸੀਂ ਰॉ ਮਟੀਰੀਅਲ ਲੈ ਲੈਂਦੇ ਉਹਨੂੰ ਪ੍ਰੋਸੈਸ ਕਰਦੇ ਆ ਤੇ ਦੈਟ ਇਜ਼ ਇਟ, ਪੈਕ ਕਰਕੇ ਮਾਰਕੀਟ 'ਚ, ਪਰ ਇਹਦੇ ਪਿੱਛੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕੰਮ ਕਰਦੀਆਂ ਨੇ, ਚਾਹੇ ਉਹ ਸਾਇੰਟਿਸਟਸ ਨੂੰ ਲੈ ਕੇ, ਚਾਹੇ ਉਹ ਲੈਬੋਰੇਟਰੀ ਦੇ ਵਿੱਚ ਟੈਸਟਿੰਗ ਨੂੰ ਲੈ ਕੇ ਆ, ਚਾਹੇ ਉਹ ਵਰਕਰਸ ਦੀ ਸੇਫਟੀ ਨੂੰ ਲੈ ਕੇ ਆ, ਚਾਹੇ ਵਰਕਰਸ ਅਲੱਗ-ਅਲੱਗ ਤੁਸੀਂ ਰੱਖੇ ਹੋਏ ਆ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪਿੱਛੇ ਕੰਮ ਕਰਦੀਆਂ ਨੇ। ਪਰ ਹੁਣ ਜਿਵੇਂ ਤੁਸੀਂ ਦੱਸਿਆ ਸੀ ਸਟਾਰਟਿੰਗ ਦੇ ਵਿੱਚ ਕਿ ਸਾਡੀ ਇਨਸਪੈਕਸ਼ਨ ਹੁੰਦੀ ਆ ਹਰ ਮਹੀਨੇ, ਸੋ ਗਲੂਟਨ ਫ੍ਰੀ ਦੀ ਇਨਸਪੈਕਸ਼ਨ ਵੀ ਹਰ ਮੰਥਲੀ ਹੁੰਦੀ ਹੈ? ਹੁੰਦੀ ਹੈ, ਇਨਸਪੈਕਸ਼ਨ ਹੁੰਦੀ ਹੈ। ਸਾਨੂੰ ਸਾਨੂੰ ਸਰਟੀਫਿਕੇਟ ਲੈਣੇ ਪੈਂਦੇ, ਹੋਰ ਜੇ ਸਾਨੂੰ ਫੇਅਰ ਐਨਾਲਿਸਿਸ ਭੇਜਣਾ ਪੈਂਦਾ ਰੈਗੂਲਰਲੀ। ਅਸੀਂ ਲੈਬੋਰੇਟਰੀ ਐਨਾਲਾਈਜ਼ ਕਰਦੇ ਹੈਗੇ that ਸਹੀ ਹੈ, ਹੁਣ ਹਾਲੇ ਵੀ ਸਹੀ ਹੈ ਰਾਈਟ। ਜਾਂ ਸਾਨੂੰ ਕੋਈ ਡਾਊਟ ਹੋ ਜਾਵੇ ਦੈਨ ਅਸੀਂ ਪ੍ਰੋਡਕਸ਼ਨ ਸਟਾਪ ਕਰ ਦਿੰਦੇ ਨੇ, ਅਸੀਂ ਉਹ ਸਮਾਨ ਮਾਰਕੀਟ ਨੂੰ ਭੇਜਦੇ ਨੇ। ਸੋ ਸਾਨੂੰ ਆਨਗੋਇੰਗ ਕੰਟੀਨਿਊਸਲੀ ਸਾਨੂੰ ਚੈੱਕ ਕਰਨਾ ਪੈਂਦਾ ਜੀ। ਸੋ ਬਹੁਤ ਵਧੀਆ ਹੈ ਪ੍ਰੋਡਕਟ ਹੈਗਾ ਆ। ਸੋ ਜਿਨ੍ਹਾਂ ਨੂੰ ਵੀ ਇਹ ਪ੍ਰੋਬਲਮ ਹੈਗੀ ਆ, ਜੇ ਉਹ ਚਾਹੁੰਦੇ ਆ ਕਿ ਅਸੀਂ ਰੋਟੀ ਖਾਈਏ ਤਾਂ ਉਹ ਨਹੀਂ ਛੱਡ ਸਕਦੇ ਰੋਟੀ ਨੂੰ, ਜਾਂ ਹੋਰ ਚੀਜ਼ਾਂ ਵੀ ਬਣ ਸਕਦੀਆਂ ਨੇ। ਚਲੋ ਅਸੀਂ ਆਟੇ ਦੀ ਜੇ ਗੱਲ ਕਰੀਏ, ਬਹੁਤ ਚੀਜ਼ਾਂ ਅਸੀਂ ਬਣਾ ਸਕਦੇ ਹਾਂ, ਪਰ ਜੇ ਪਰਟੀਕੂਲਰ ਰੋਟੀ ਦੀ ਗੱਲ ਆਉਂਦੀ ਹੈ ਤੇ ਆਟਾ ਜਿਹੜਾ ਬਹੁਤ ਵਧੀਆ ਹੈਗਾ। ਪਰ ਨਾਲ ਹੁਣ ਜਦੋਂ ਅਸੀਂ ਮਿਲਸਟ੍ਰੀਮ ਦੀ ਜਾਂ ਹੀਰੋ ਆਟੇ ਦੀ ਗੱਲ ਕਰਦੇ ਹਾਂ, ਹਰ ਕਿਤੇੋਂ ਸਾਰੀਆਂ ਚੀਜ਼ਾਂ ਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਆ ਰਿਹਾ? ਸਾਨੂੰ ਬਹੁਤ ਪੋਜ਼ਿਟਿਵ ਰਿਸਪੌਂਸ ਆ ਰਿਹਾ। ਕਿੱਥੇ ਵੀ ਅਸੀਂ ਜਾਂਦੇ ਹੈਗੇ, ਸਾਡੀ ਕਮਿਊਨਿਟੀ, ਸਾਡੇ ਲੋਕ ਸਾਊਥ ਏਸ਼ੀਅਨ ਤੋਂ, ਇੱਕ ਤਾਂ ਮੈਂ ਫਾਈਂਡ ਕੀਤਾ ਹੈਗਾ that I was born here, ਮੈਂ ਇੱਥੇ ਤੋਂ ਜੰਮਿਆ ਸੀ ਰਾਈਟ, ਐਂਡ ਸੋ ਪੰਜਾਬੀ, ਹਿੰਦੀ ਔਰ ਇਹ ਮੈਂ ਬਿਜ਼ਨਸ ਵਿੱਚ ਆ ਕੇ ਪਿਕਅਪ ਕੀਤੀ ਨਾ। ਇੱਕ ਚੀਜ਼ ਮੈਂ ਡੈਫੀਨਿਟਲੀ ਆਪਣੇ ਲੋਕਾਂ ਦੇ ਦੇਖਿਆ ਹੈਗਾ that they're very open, they're very welcoming। ਕੋਈ ਨਵੀਂ ਚੀਜ਼ ਹੈਗੀ ਹੈ they will try it, ਐਂਡ ਫਿਰ ਉਹ ਫੀਡਬੈਕ ਵੀ ਦੇ ਦਿੰਦੇ ਹੈਗੇ, ਦੱਸ ਵੀ ਦਿੰਦੇ ਹੈਗੇ ਕਿੱਥੇ ਸਹੀ ਹੈਗੀ ਕਿੱਥੇ ਨਹੀਂ ਸਹੀ। ਉਹਦੇ ਮੁਤਾਬਕ ਨਾਲ ਅਸੀਂ ਕੰਟੀਨਿਊਸਲੀ ਇੰਪਰੂਵ ਕਰਦੇ ਹਾਂ। ਹੁਣ ਇਹ ਕਿਹੜਾ ਗਲੂਟਨ ਫ੍ਰੀ ਆਟਾ ਹੈਗਾ, ਇਹ ਸਾਡੀ ਪਹਿਲੀ ਵਰਜ਼ਨ ਦਾ ਨਹੀਂ, ਆਈ ਥਿੰਕ ਸਾਡੇ ਤੀਸਰੀ ਚੌਥੀ ਵਰਜ਼ਨ ਦਾ ਹੈਗਾ। ਉਹਨੂੰ ਅਸੀਂ ਰਿਫਾਈਨ ਕਰਦੇ ਰਹੇ, ਇੰਪਰੂਵ ਕਰਦੇ ਰਹੇ, ਕਿਤੇ ਸਾਨੂੰ ਫੀਡਬੈਕ ਮਿਲਦੀ ਸੀ। ਮੈਨੂੰ ਪਤਾ ਕਿ ਅਸੀਂ ਪਹਿਲਾ ਵਰਜ਼ਨ ਦਾ ਕੱਢਿਆ, ਕਹਿੰਦੇ ਸੁੱਕਦੀ ਜ਼ਿਆਦਾ ਹੈਗੀ ਆ, ਫਿਰ ਅਸੀਂ ਸੈਕਿੰਡ ਵਰਜ਼ਨ ਕੱਢਿਆ, ਕਹਿੰਦੇ ਇਹਦੀ ਰੋਟੀ ਨਹੀਂ ਬਣਦੀ, ਉਹ ਆਟਾ ਨਹੀਂ ਜੁੜਦਾ, ਓਕੇ, ਡੋ ਨੇ ਬਣਦੀ ਨੇ। ਸੋ ਇਹ ਫੀਡਬੈਕ ਦੇ ਨਾਲ ਅਸੀਂ ਕੰਟੀਨਿਊਸਲੀ ਇੰਪਰੂਵ ਕਰੀ ਜਾਂਦੇ ਹੈਗੇ ਆ। ਸੋ ਸਾਨੂੰ ਵੈਰੀ ਰਿਸਪਾਂਸ ਕਮਿਊਨਿਟੀ ਤੋਂ ਪਹਿਲਾਂ ਐਜੂਕੇਸ਼ਨ ਬਹੁਤ ਮਿਲਿਆ, ਹੁਣ ਸਾਨੂੰ ਬਹੁਤ ਫੇਵਰੇਬਲ ਰਿਸਪਾਂਸ ਮਿਲ ਗਿਆ, ਕਮਰਸ਼ੀਅਲੀ ਬਹੁਤ ਫੇਵਰੇਬਲ ਰਿਸਪਾਂਸ ਮਿਲਿਆ। ਇਹ ਗਲੂਟਨ ਫ੍ਰੀ ਆਟਾ ਹੁਣ ਤੁਸੀਂ ਕਹਿ ਦੋ ਕਾਹਤੇ ਇੰਨੇ ਸਪਲਾਇਰ ਹੈਗੇ ਨੇ, ਕਾਹਤੇ ਨੇ? ਵੀ ਸਾਨੂੰ ਅਲੱਗ ਫੈਕਟਰੀ ਬਣਾਉਣੀ ਪੈਂਦੀ ਹੈ, ਸਾਨੂੰ ਸਾਰੀ ਅਲੱਗ ਮਸ਼ੀਨਰੀ ਬਣਾਉਣੀ ਪੈਂਦੀ ਹੈ, ਕਿੰਨਾ ਖਰਚਾ ਹੈਗਾ। ਉਹ ਤਾਂ ਹੀ ਉਹ ਖਰਚਾ, ਤਾਂ ਹੀ ਉਹ ਤੁਸੀਂ ਬਿਜ਼ਨਸ ਚਲਾ ਸਕਦੇ ਜੇ ਤੁਹਾਨੂੰ ਰਿਟਰਨ ਆਵੇ ਜੀ। ਸੋ ਸਾਨੂੰ ਇਹਦਾ ਇੰਨਾ ਪੋਜ਼ਿਟਿਵ ਰਿਟਰਨ ਆਇਆ ਹੈਗਾ that ਉਹ ਫੈਕਟਰੀ ਕਿਹੜੀ ਹੈਗੀ ਆ, ਸਾਨੂੰ ਲੱਗਦਾ ਸਾਨੂੰ ਮੇਬੀ ਹੋਰ ਫੈਕਟਰੀਆਂ ਲਾਉਣੀ ਪੈਣੀ। ਯਾ ਫੀਡਬੈਕ ਇਜ਼ ਮਸਟ। ਤੇ ਹੁਣ ਜਿਹੜਾ ਨਿਊਟ੍ਰੀਸ਼ਨ ਜਿਹੜੇ ਆ ਉਹਨਾਂ ਦਾ ਵੀ ਧਿਆਨ ਰੱਖਦੇ ਆ ਲੋਕ, ਹੈਲਥ ਦੇ ਵੱਲ ਵੀ ਧਿਆਨ ਰੱਖਦੇ ਆ। ਪਰ ਹੁਣ ਆਟੇ ਦੇ ਨਾਲ ਅਸੀਂ ਜਦੋਂ ਐਜ਼ ਅ ਬਿਜ਼ਨਸ ਪਰਸਨ ਜਾਂ ਐਜ਼ ਅ ਬਿਜ਼ਨਸ ਦੇਖਦੇ ਆ ਮਿਲਸਟ੍ਰੀਮ ਨੂੰ, ਹੀਰੋ ਆਟਾ ਨੂੰ, ਤਾਂ ਉਹਦੇ ਵਿੱਚ ਅਸੀਂ ਬਹੁਤ ਸਾਰਾ
ਸਾਲਾਂ ਤੋਂ ਦੇਖਿਆ ਹੈ ਕਿ ਤੁਸੀਂ ਹਮੇਸ਼ਾ, ਚਾਹੇ ਉਹ ਬ੍ਰੈਕਫਾਸਟ ਵਾਲੀ ਕੰਪਨੀ ਹੈ ਜਾਂ ਕੋਈ ਵੀ ਕਲੱਬ ਹੈ, ਤਾਂ ਉਹਨਾਂ ਸਾਰਿਆਂ ਦੇ ਨਾਲ ਤੁਸੀਂ ਰਲ ਕੇ, ਚਾਹੇ ਉਹ ਮੀਲ ਪਹੁੰਚਾਉਣਾ ਹੈ ਛੋਟੇ ਬੱਚਿਆਂ ਤੱਕ, ਤਾਂ ਉਹ ਸਾਰੀਆਂ ਤੱਕ ਤੁਸੀਂ ਕੰਮ ਕਰਦੇ ਹੋ ਤਾਂ ਕਿ ਗਿਵਿੰਗ ਬੈਕ ਟੂ ਕਮਿਊਨਿਟੀ ਦਾ ਕਨਸੈਪਟ ਜਿਹੜਾ ਉਹ ਲਾਈਵ ਰਵੇ। ਹਨ ਪੈਂਡੈਮਿਕ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਲੋੜ ਸੀ, ਆਟੇ ਦੀ ਲੋੜ ਸੀ, ਉਹਨਾਂ ਨੂੰ ਫੂਡ ਦੀ ਲੋੜ ਸੀ। ਅਸੀਂ ਗੁਰੂ ਨਾਨਕ ਫ੍ਰੀ ਕਿਚਨ ਦੇ ਵਿੱਚ ਵੀ ਦੇਖਿਆ ਕਿ ਤੁਸੀਂ ਵੱਧ ਚੜ ਕੇ ਹਿੱਸਾ ਲਿਆ, ਉੱਥੇ ਜਾ ਕੇ ਤੁਸੀਂ ਆਟਾ ਪ੍ਰੋਵਾਈਡ ਕੀਤਾ, ਆਟੇ ਦੇ ਬੈਗ ਪ੍ਰੋਵਾਈਡ ਕੀਤੇ। ਆਲਵੇਜ਼ ਗਿਵਿੰਗ ਬੈਕ ਟੂ ਕਮਿਊਨਿਟੀ ਦੇ ਵਿੱਚ ਤੁਸੀਂ ਟਰਸਟ, ਵਿਸ਼ਵਾਸ ਜਿਹੜਾ ਉਹ ਬਣਾਈ ਰੱਖਦੇ ਹੋ। ਪਰ ਹੁਣ ਜਦੋਂ ਇਸ ਟਾਈਮ ਦੇ ਉੱਤੇ ਵੈਕਸੀਨੇਸ਼ਨ ਹੋ ਰਹੀ ਹੈ, ਸੋ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਰਜਿਸਟ੍ਰੇਸ਼ਨ ਕਿਸ ਤਰ੍ਹਾਂ ਕਰਾਉਣੀ ਹੈ, ਅਪਾਇੰਟਮੈਂਟਸ ਕਿਸ ਤਰ੍ਹਾਂ ਬਣਾਉਣੀ ਹੈ, ਤੇ ਤੁਹਾਡੇ ਵੱਲੋਂ ਇੱਕ ਹੋਰ ਇਨੀਸ਼ੀਏਟਿਵ ਲਿਆ ਗਿਆ। ਸੋ ਤੁਸੀਂ ਪਹਿਲਾਂ ਇਹ ਸਵਾਲ ਪਾਇਆ ਤਾਂ ਅਸੀਂ ਹਮੇਸ਼ਾ ਹਿੱਸਾ ਲੈਂਦੇ ਹਾਂ। ਸਾਡੇ ਫੈਮਿਲੀ ਦੇ ਵਿੱਚ ਐਂਡ ਆਲਸੋ ਸਾਡੀ ਬਿਜ਼ਨਸ ਫੈਮਿਲੀ ਕਿਹੜੀ ਹੈਗੀ ਕਿ ਸਾਡੇ ਸਾਰੇ ਪੀਪਲ ਕੰਮ ਕਰਦੇ ਹੈਗੇ ਆ, ਸਾਡੇ ਵਿੱਚ ਇਹ ਫਿਲਾਸਫੀ ਆ ਗਈ ਹੈਗੀ, ਅਸੀਂ ਹਮੇਸ਼ਾ ਸੋਚਦੇ ਹੁੰਦੇ ਆ ਕਿ ਅਸੀਂ ਦੁਨੀਆ ਦੇ ਵਿੱਚ ਸਭ ਤੋਂ ਅਮੀਰ ਬਣ ਤਾਂ ਸਕਦੇ ਨੇ, ਓਕੇ, ਅਸੀਂ ਗਰੀਬ ਹੀ ਨਹੀਂ ਹੈਗੇ, ਸੋ ਵੀਰ ਸਮਵੇਅਰ ਇਨ ਦ ਮਿਡਲ, ਓਕੇ। ਸੋ ਜੇ ਅਸੀਂ ਇੱਕ ਹੋਰ ਡਾਲਰ ਕਮਾ ਲਿਆ, ਵਾਟਸ ਅ ਬਿਗ ਡੀਲ, ਓਕੇ, ਬਟ ਜੇ ਅਸੀਂ ਇੱਕ ਹੋਰ ਬੰਦੇ ਦੀ ਸਪੋਰਟ ਕਰ ਦਿੱਤੀ ਜਾਂ ਇੱਕ ਹੋਰ ਪਰਸਨ ਦੀ ਅਸੀਂ ਸਮਾਂ ਕੋਈ ਉਹਦਾ ਭਲਾ ਕਰ ਦਿੱਤਾ, ਉਹਨਾਂ ਦੀ ਲਾਈਫ ਚੇਂਜ ਹੋ ਸਕਦੀ ਹੈ, ਓਕੇ। ਸੋ ਇਹ ਸਾਡੀ ਮਾਈਂਡ ਦੇ ਵਿੱਚ ਅਸੀਂ ਹਮੇਸ਼ਾ ਇਹ ਸੋਚਦੇ ਨਾ ਗਾਂ ਤੁਰੇ। ਸਾਡੇ ਅਸੀਂ ਪਾੜੇ ਵੀ ਇਹਦੇ ਅਸੀਂ ਕੱਢੇ ਸਾਡੇ, ਸਾਨੂੰ ਬਹੁਤ ਸਾਰਿਆਂ ਨੇ ਕਹਿੰਦੇ ਗਲੂਟਨ ਫ੍ਰੀ ਆਟਾ ਕੌਣ ਖਾਂਗਾ, ਗਲੂਟਨ ਫ੍ਰੀ ਆਟਾ ਕੀ ਕਾਹਨੂੰ ਕੱਢਿਆ ਤੁਸੀਂ, ਰਾਈਟ? ਅਸੀਂ ਕੱਢੇ ਬਿਕਾਜ਼ ਲੋਕਾਂ ਨੂੰ ਲੋੜ ਸੀ, ਦੇ ਵਾਂਟਡ ਇਟ, ਦੇ ਨੀਡਡ ਇਟ, ਰਾਈਟ? ਸੇਮ ਥਿੰਗ ਸਾਡਾ ਡਾਇਬੈਟਿਕ ਆਟਾ ਕੱਢਿਆ ਅਸੀਂ, ਰਾਈਟ? ਕਿੰਨੇ ਲੋਕਾਂ ਨੂੰ ਡਾਇਬੀਟੀਜ਼ ਹੈਗੀਆਂ, ਅਸੀਂ ਠੀਕ ਆ ਸੇਲ ਉਹਨਾਂ ਦੀ ਜਿਹੜੀ ਵੋਲਿਊਮ ਇੰਨੀ ਨਹੀਂ ਹੋ ਸਕਦੀ, ਕਿੰਨੀ ਕਹਿ ਦੋ ਮੈਦੇ ਦੀ ਹੋ ਸਕਦੀ ਜਾਂ ਐਵਰੀਡੇ ਯੂਜ਼ ਆਟੇ ਦੀ ਹੋ ਸਕਦੀ ਹੈ, ਪਰ ਸਾਨੂੰ ਆਪਣੀ ਬਿਜ਼ਨਸ ਇਹ ਸਾਡੇ ਪਰ ਟੂਲ ਹੈਗੀ ਆ, ਮਸ਼ੀਨ ਹੈਗੀ ਹੈ ਕਿ ਅਸੀਂ ਕੱਲੀ ਪ੍ਰੋਫਿਟ ਲਈ ਨਹੀਂ ਸਾਨੂੰ ਸੋਚਣਾ ਚਾਹੀਦਾ, ਅਸੀਂ ਸੋਚਣਾ ਚਾਹੀਦਾ ਅਸੀਂ ਕਮਿਊਨਿਟੀ ਦੇ ਵਿੱਚ ਇਹ ਆਪਣੀ ਬਿਜ਼ਨਸ ਕਿੱਦਾਂ ਯੂਜ਼ ਕਰ ਸਕਦੇ ਆ, ਸੋਸਾਇਟੀ ਐਡਵਾਂਸ ਹੋਵੇ, ਨੀਡ ਕਿੱਦਾਂ ਫੁਲਫਿਲ ਕਰ ਸਕਦੇ ਆ। ਸੋ ਆ ਕੋਵਿਡ ਟਾਈਮ ਦੇ ਵਿੱਚ, ਪੈਂਡੈਮਿਕ ਟਾਈਮ ਦੇ ਵਿੱਚ ਇੱਕ ਚੀਜ਼ ਮੈਂ ਨੋਟਿਸ ਕੀਤੀ that ਇਹ ਨੋਟਿਸ ਵੀ ਇੱਦਾਂ ਹੋਈ ਮੈਨੂੰ, ਸਾਡੀ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਤੋਂ ਲੋਕ ਬਾਹਰਲੇ ਫਰਮ ਆਊਟਸਾਈਡ ਦ ਕਮਿਊਨਿਟੀ ਮੈਨੂੰ ਪੁੱਛਣ ਕਿ ਜੇ ਤੂੰ ਸਾਊਥ ਏਸ਼ੀਅਨ ਕਮਿਊਨਿਟੀ ਦਾ ਹੈਗਾ, ਯੂ ਆਰ ਮੈਂਬਰ ਆਫ ਦ ਸਾਊਥ ਏਸ਼ੀਅਨ ਕਮਿਊਨਿਟੀ, ਤੁਹਾਡੀ ਕਮਿਊਨਿਟੀ ਵਿੱਚ ਕੋਵਿਡ ਕਦੇ ਨਾ ਹੋਣ ਲੱਗ ਪਿਆ ਹੈਗਾ, ਓਕੇ, ਸਰੀ ਦੇ ਵਿੱਚ ਕਦੇ ਇੰਨਾ ਹੈਗਾ, ਬ੍ਰੈਂਪਟਨ ਦੇ ਵਿੱਚ ਕਦੇ ਇੰਨਾ ਹੈਗਾ, ਐਂਡ ਇਹ ਗੱਲ ਮੈਂ ਬਹੁਤ ਮਹਿਸੂਸ ਕੀਤੀ। ਐਂਡ ਮੈਂ ਉਹਨਾਂ ਨੂੰ ਜਵਾਬ ਇਹ ਦਿੱਤਾ, ਮੈਂ ਕਿ ਮੈਨੂੰ ਇਹ ਦੱਸੋ ਦੈਟ ਤੁਸੀਂ ਘਰ ਦਾ ਫਰਨੀਚਰ ਲੈਣ ਲੱਗੇ ਹੈਗੇ ਜਾਂ ਲਿਆ ਹੈਗਾ, ਉਹ ਟਰੱਕਾਂ ਤੇ ਆਇਆ? ਬਿਲਕੁਲ। ਟਰੱਕ ਕੌਣ ਚਲਾਉਂਦੇ ਆ? ਆਪਣੇ ਬੰਦੇ ਚਲਾਉਂਦੇ ਆ, ਓਕੇ। ਤੁਸੀਂ ਉਬਰ, ਡੋਰਡੈਸ਼, ਉਬਰ ਈਟਸ, ਜਾਂ ਤੁਸੀਂ ਕੀ ਹੈਗੀ ਸਕਿਪ ਦ ਡਿਸ਼ਿਸ ਕਰ ਕੀਤਾ, ਡਿਲੀਵਰੀ ਕਾਰ ਆ ਗਈ, ਉਹ ਕਿਹਨੇ ਡਿਲੀਵਰੀ ਕੀਤੀ? ਆਪਣਾ ਬੰਦਾ ਹੋਊਗਾ, ਸਾਊਥ ਏਸ਼ੀਅਨ ਹੀ ਹੋਊਗਾ। ਤੁਸੀਂ ਟਿਮ ਹੋਰਟਨ ਜਾਵੋ, ਰੈਸਟੋਰੈਂਟ ਜਾਵੋ, ਉੱਥੇ ਕੌਣ ਕੰਮ ਕਰਦੇ ਹੈਗੇ? ਸਾਡੀ ਭੈਣਾਂ, ਸਾਡੀ ਬੀਬੀਆਂ ਕੰਮ ਕਰਦੀਆਂ, ਮੋਸਟਲੀ ਮੈਜੋਰਿਟੀ, ਓਕੇ। ਸਾਡੀ ਕਮਿਊਨਿਟੀ ਤੋਂ ਕਿਲੇ ਬਾਹਰਲੀਆਂ ਕਮਿਊਨਿਟੀ ਹੈਗੀਆਂ, ਉਹ ਤਾਂ ਫੇਰ ਵੀ ਆਈ ਗੈਸ ਉਹਨਾਂ ਜੁਗਾੜਾ ਹੋ ਸਕਦਾ ਕਰ ਬਹਿ ਕੇ, ਓਕੇ। ਉਹਦੇ ਲਈ ਨੌਕਰੀਆਂ ਇਦਾਂ ਦੀਆਂ ਹੈਗੀਆਂ ਕਿ ਕਰੋ ਹੋ ਸਕਦੀ, ਕੰਸਟਰਕਸ਼ਨ ਚ ਦੇਖ ਲਓ, ਫਰੰਟ ਲਾਈਨ ਵਰਕਰਸ ਦੇਖ ਲਓ, ਸਾਡੇ ਬਹੁਤ ਲੋਕ ਹੈਗੇ ਜਿਹੜੇ ਕੰਮ ਕਰਦੇ ਆ ਤੇ ਜਿਹੜੇ ਇੱਥੋਂ ਜਾਂਦੇ ਆ ਖਾਸ ਕਰਕੇ ਸਰੀ ਦੇ ਵਿੱਚ। ਹਾਂਜੀ, ਯਾ ਮੈਕਸਿਮਮ ਸਰੀ and maximum Brampton. Okay, and also ਇਹ ਦੋ ਕਮਿਊਨਿਟੀ ਕਾਤੇ ਇੱਥੇ also because ਇੱਥੋਂ logistics ਬਹੁਤ ਚੱਲਦੀਆਂ। ਹੁਣ ਤੁਸੀਂ ਦੇਖੋ ਵੈਂਕੂਵਰ ਪੋਰਟ ਹੈਗਾ, ਵੈਂਕੂਵਰ ਪੋਰਟ ਤੋਂ ਕਿਹੜਾ ਸਮਾਨ, ਸਾਰਾ ਸਮਾਨ ਆਉਂਦਾ ਬਾਹਰ, ਟਰੱਕਰਸ ਤੋਂ ਆਉਂਦਾ, ਉਹ ਟਰੱਕਰਸ ਮੈਕਸਿਮਮ ਕਿੱਥੇ ਰਹਿੰਦੇ ਆ? ਸਰੀ ਹੈਗੇ ਸਾਡੇ ਬੰਦੇ। ਬ੍ਰੈਂਪਟਨ ਕਿਹੜਾ ਹੈਗਾ, ਕਿੱਥੇ ਐਮਾਜ਼ਨ ਦੇ ਸਾਰੇ ਵੇਅਰ ਹਾਊਸਿਸ ਹੈਗੇ ਆ, ਬ੍ਰੈਂਪਟਨ ਆ। ਕਿਹੜੇ ਕੈਨੇਡੀਅਨ ਟਾਇਰ ਕਿਹੜੇ ਹੈਗੇ ਆ, ਹਡਸਨਸ ਬੇ, ਸਾਰੇ ਉਹ ਕਿਹੜੇ ਵੇਅਰ ਹਾਊਸ ਕਿੱਥੋਂ ਸਮਾਨ ਉਹ ਹੋਮ ਡਿਲੀਵਰੀ ਕਰਦੇ ਹੈਗੇ ਆ, ਉਹ ਬ੍ਰੈਂਪਟਨ ਆ, ਸਾਡੇ ਬੰਦੇ ਉੱਥੇ ਕੰਮ ਕਰਦੇ ਆ। ਉਹ ਡਿਲੀਵਰੀਆਂ ਕੌਣ ਕਰਦੇ ਆ? ਸਾਡੇ ਬੰਦੇ ਕਰਦੇ ਆ। ਸੋ ਉਹਨਾਂ ਨੂੰ ਐਕਸਪੋਜ਼ ਹੀ ਹੋਣਾ ਉਹਨਾਂ ਨੇ, ਓਕੇ। ਸੋ ਇਹ ਮੈਂ ਫੇਰ ਵੀ ਮਹਿਸੂਸ ਕੀਤਾ that the people are thinking that for some reason ਸਾਡੀ ਲਾਈਫਸਟਾਈਲ ਰੋਂਗ ਹੈਗੀ ਆ, ਓਕੇ। ਨੋ, ਸਾਡੀ ਨੌਕਰੀਆਂ ਹੈਗੀਆਂ। Then on the other hand, ਤੁਸੀਂ ਦੇਖੋ that cultural gap ਹੈਗਾ।
ਹੁਣ ਵੈਕਸੀਨੇਸ਼ਨਸ ਆ ਗਈਆਂ ਹੈਗੀਆਂ ਐਂਡ ਸਾਡੇ ਕਮਿਊਨਿਟੀ ਦੇ ਵਿੱਚ ਬਜ਼ੁਰਗ ਹੈਗੇ ਆ, ਸਟੂਡੈਂਟ ਹੈਗੇ ਆ, ਕਿ ਇਹਨਾਂ ਨੂੰ ਪਤਾ ਨਾ ਹੈਗਾ ਤੇ ਅਸੀਂ ਕਿੱਦਾਂ ਵਿੱਚ ਐਂਟਰੀ ਲਈਏ, ਅਸੀਂ ਕਿੱਦਾਂ ਆਪਣੀ ਵੈਕਸੀਨ ਰਜਿਸਟ੍ਰੇਸ਼ਨ ਬੁਕਿੰਗ ਕਿੱਦਾਂ ਕਰੀਏ। ਇੱਥੇ ਤੱਕ ਤਾਂ ਮੈਨੂੰ ਦੱਸਦਾ ਸਾਡੀ ਆਉਣ ਪੀਪਲਾਂ ਨੇ ਸਾਡੀ ਕਮਿਊਨੀਕੇਸ਼ਨ ਗੱਲਾਂ ਕੀਤੀਆਂ ਬਜ਼ੁਰਗਾਂ ਨਾਲ, ਉਹ ਕਹਿੰਦੇ ਹੈਗੇ ਵੈਕਸੀਨ ਹੈਗੀ, ਵੈਕਸੀਨ ਕੀ ਹੈਗੀ ਹੈ, ਵੈਕਸੀਨ ਕੀ ਹੁੰਦੀ ਹੈ, ਅਸੀਂ ਉਹਨਾਂ ਨੂੰ ਸਮਝਾਉਂਦੇ ਕਿ ਇੰਜੈਕਸ਼ਨ ਆ, ਟੀਕਾ, ਓਕੇ ਫਿਰ ਉਹਨਾਂ ਨੂੰ ਸਮਝ ਲੱਗਦੀ ਹੈ। ਓਕੇ, ਤੁਸੀਂ ਹੁਣ ਕਿਹਨਾਂ ਨੂੰ ਵੈਕਸੀਨ ਦੇ ਲਫ਼ਜ਼ਾਂ ਨੇ ਪਤਾ, ਉਹਨਾਂ ਨੂੰ ਤੁਸੀਂ ਕਿੱਦਾਂ ਕਹਿ ਸਕਦੇ ਹੋ ਤਾਂ ਆਨਲਾਈਨ ਜਾ ਕੇ ਤੁਸੀਂ ਰਜਿਸਟ੍ਰੇਸ਼ਨ ਕਰ ਲਓ ਆਪਣੀ। ਜੀ ਬਿਲਕੁਲ। ਓਕੇ, ਸੋ ਇਹ ਸੋਚ ਦੇ ਨਾਲ ਇਹ ਦੋ ਕਿਹੜੀਆਂ ਚੀਜ਼ਾਂ ਕਿ ਮੈਂ ਫੀਲ ਕੀਤੀਆਂ, ਮੈਂ ਆਪਣੀ ਟੀਮ ਨੂੰ ਕਿਹਾ ਕਿ ਸਾਨੂੰ ਕੁਛ ਕੱਢਣਾ ਚਾਹੀਦਾ ਸਿਸਟਮ, ਸਾਨੂੰ ਕੁਛ ਕੰਟਰੀਬਿਊਸ਼ਨ ਕਰਨੀ ਚਾਹੀਦੀ ਹੈ ਕਮਿਊਨਿਟੀ ਨੂੰ, that ਅਸੀਂ ਇੰਡੀਵਿਜੂਅਲਸ ਦੀ ਹਾਜ਼ਰੀ ਅਸੀਂ ਕਰੀਏ। ਅਸੀਂ ਉਹਨਾਂ ਨੂੰ ਹੌਟਲਾਈਨ ਸ਼ੁਰੂ ਕਰਦੇ ਹੈਗੇ ਆ, ਆਪਣੀ ਸਟਾਫ ਹੋਊਗੀ, ਨਾਲੇ ਉਹ ਆਪਣੀ ਸਟਾਫ ਦੇ ਨਾਲ ਉਸ ਬੰਦੇ ਸਾਨੂੰ ਫੋਨ ਕਰਕੇ ਅਸੀਂ ਉਹਨਾਂ ਦੀ ਅਸਿਸਟ ਕਰ ਸਕਦੇ ਤਾਂ ਉਹ ਕਿੱਦਾਂ ਵੈਕਸੀਨੇਸ਼ਨ ਦੀ ਰਜਿਸਟ੍ਰੇਸ਼ਨ ਕਰ ਲੈਣ। ਉਹ ਸਾਡੀ ਟੀਮ ਦੇ ਵਿੱਚ ਆਬਵੀਅਸ ਇੰਗਲਿਸ਼ ਸਪੀਕਰ ਹੈਗੇ ਆ, ਪੰਜਾਬੀ ਸਪੀਕਰ ਹੈਗੇ, ਉਰਦੂ ਸਪੀਕਰ ਹੈਗੇ, ਹਿੰਦੀ ਸਪੀਕਰ ਹੈਗੇ ਆ, ਐਂਡ ਸੋ ਅਸੀਂ ਮੈਜੋਰਟੀ ਲੈਂਗੁਏਜ ਸਾਊਥ ਏਸ਼ੀਅਨ ਦੀਆਂ ਕਵਰ ਕਰ ਲਈਆਂ ਹੈਗੀਆਂ। ਸੋ ਮੈਂ ਲਿਸਨਰਸ ਨੂੰ ਇਹ ਕਹਿੰਦਾ ਹੈਗਾ ਕਿ ਤੁਹਾਡੇ ਤੁਸੀਂ ਜੇ ਲਿਸਨ ਕਰਦੇ ਹੈਗੇ ਆ ਤਾਂ ਤੁਸੀਂ ਜਾਂ ਇਸ਼ੂ ਕੋਈ ਹੈਗਾ ਤੁਹਾਨੂੰ ਅੰਡਰਸਟੈਂਡਿੰਗ ਨਹੀਂ ਆਉਂਦੀ ਹੈਗੀ ਹੈ ਤਾਂ ਵੈਕਸੀਨੇਸ਼ਨ ਕੀ ਹੈਗੀ ਹੈ, ਕਿੱਦਾਂ ਹਾਜ਼ਰੀ ਲੈਣੀ, ਕਿੱਦਾਂ ਅਸੀਂ ਆਪਣੀ ਐਂਟਰੀ ਵਿੱਚ ਲੈਣੀ ਹੈਗੀ ਹੈ, ਤੁਸੀਂ ਪਲੀਜ਼ ਸਾਨੂੰ ਫੋਨ ਕਰੋ। ਨੰਬਰ ਸਾਡਾ ਹੈਗਾ 2507264045 ਐਂਡ ਇਸ ਨੰਬਰ ਤੇ ਤੁਸੀਂ ਆਈ ਥਿੰਕ ਤੁਸੀਂ ਥੱਲੇ ਦੱਸ ਦਿਓ, ਸਕਰੀਨ ਤੇ ਦੱਸ ਦਿਓ, ਐਂਡ ਉੱਥੇ 9 to 5 ਵੈਂਕੂਵਰ ਟਾਈਮ ਕੋਈ ਤੁਹਾਡੇ ਕਾਲ ਅਟੈਂਡ ਕਰੂੰਗਾ ਐਂਡ ਦੇ ਵਿਲ ਅਸਿਸਟ ਯੂ in getting registered। ਜੀ ਇਹ ਸਾਡੀ ਕੈਂਪੇਨ ਹੈਗੀ ਆ ਐਂਡ ਸੋ ਫਾਰ ਸਾਨੂੰ ਕਾਲਸ ਆਲਰੇਡੀ ਆਉਣ ਲੱਗ ਪਈਆਂ ਹੈਗੀਆਂ। ਮੈਂ ਐਕਸਪੈਕਟ ਕਰਦੇ ਸੀ ਤਾਂ ਮੋਸਟਲੀ ਐਲਡਰਲੀ ਪੀਪਲਸ ਦੀਆਂ ਆਉਂਗੀਆਂ, ਉਹ ਵੀ ਆਈਆਂ, ਪਰ ਮੈਂ ਹੈਰਾਨ ਹੈਗਾ ਸਟੂਡੈਂਟਸ ਦੀ ਵੀ ਆਉਣ ਲੱਗ ਪਈਆਂ। ਬਿਲਕੁਲ, ਮੈਨੀ ਸਟੂਡੈਂਟਸ ਹੈਗੇ ਆ, ਨਵੇਂ ਆਏ ਹੈਗੇ ਆ, ਉਹਨਾਂ ਨੂੰ ਵੀ ਕਹਿ ਦਵੋ ਡਾਊਟ ਹੈਗਾ ਜਾਂ ਪਰੇਸ਼ਾਨੀ ਹੈਗੀ ਜਾਂ ਕੋਈ ਕੰਸਰਨ ਹੈਗਾ ਤਾਂ ਮੈਂ ਆਪਣਾ ਪਰਸਨਲ ਇਨਫੋਰਮੇਸ਼ਨ ਆਨਲਾਈਨ ਦੇਣ ਲੱਗਾ ਹੈਗਾ ਜਾਂ ਦੇਣ ਲੱਗੀ ਹੈਗੀ ਆ that ਇਹ ਠੀਕ ਹੈਗਾ ਐਂਡ ਉਹਨਾਂ ਨੂੰ ਉਹਨਾਂ ਕੌਨਫੀਡੈਂਸ ਬਿਲਡ ਕਰਨ ਨੂੰ ਵੀ ਅਸੀਂ ਰੈਡੀ ਹੈਗੇ ਆ that this is a good thing, you should do it and we will help you। ਥੈਂਕ ਯੂ ਸੋ ਮਚ ਮਿਸਟਰ ਗਿਲਨ ਕਿ ਤੁਸੀਂ ਆਟੇ ਦੇ ਬਾਰੇ ਸਾਨੂੰ ਇਨਫੋਰਮੇਸ਼ਨ ਤਾਂ ਦਿੱਤੀ, ਨਾਲੇ ਕੈਂਪੇਨ ਚਲਾ ਰਹੇ ਹੈਗੇ ਹੋ ਤਾਂ ਕਿ ਦੂਜੀ ਲੋਕ ਜਿਹੜੇ ਨੇ ਕਮਿਊਨਿਟੀ ਦੇ ਵਿੱਚ ਲੋਕ ਰਹਿ ਰਹੇ ਨੇ ਜਿਹਨਾਂ ਨੂੰ ਨਹੀਂ ਪਤਾ ਕਿ ਵੈਕਸੀਨੇਸ਼ਨ ਕਿਸ ਤਰ੍ਹਾਂ ਬੁੱਕ ਕਰਾਉਣੀ ਹੈ ਉਹ ਬੁੱਕ ਕਰਵਾ ਸਕਣ। ਸੋ ਥੈਂਕ ਯੂ ਸੋ ਮਚ ਵਾਂਸ ਅਗੇਨ ਟੂ ਕਮਿੰਗ ਇਨ ਸਟੂਡੀਓ ਤੇ ਗਿਵਿੰਗ ਅਸ ਆਲ ਦ ਇਨਫੋਰਮੇਸ਼ਨ ਤੇ ਨੈਕਸਟ ਟਾਈਮ ਤੁਹਾਡੇ ਨਾਲ ਫਿਰ ਤੋਂ ਗੱਲਬਾਤ ਹੋਵੇਗੀ। ਧੰਨਵਾਦ ਜੀ। ਥੈਂਕ ਯੂ। ਸੋ ਮਿਸਟਰ ਗਿਲਨ ਦੇ ਨਾਲ ਗੱਲਬਾਤ ਹੋਈ ਜਿਹੜੇ ਕੈਂਪੇਨ ਚਲਾ ਰਹੇ ਨੇ ਕਿ ਕੋਵਿਡ ਵੈਕਸੀਨੇਸ਼ਨ ਜੇ ਤੁਹਾਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਬੁੱਕ ਕਰਵਾਉਣੀ ਹੈ, ਕਿਸ ਤਰ੍ਹਾਂ ਅਪਾਇੰਟਮੈਂਟ ਬੁੱਕ ਕਰਵਾਉਣੀ ਹੈ ਤਾਂ ਸਕਰੀਨ ਦੇ ਉੱਤੇ ਨੰਬਰ ਆ ਰਹੇ ਨੇ, ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਇਹਨਾਂ ਦੇ ਨਾਲ ਗੱਲ ਕਰ ਸਕਦੇ ਹੋ। ਕੋਈ ਪਰਸਨ ਤੁਹਾਨੂੰ ਅਸਿਸਟ ਕਰ ਸਕਦਾ ਹੈ ਕਿ ਕਿਸ ਤਰ੍ਹਾਂ ਤੁਸੀਂ ਆਪਣਾ ਸ਼ਾਟ, ਆਪਣਾ ਟੀਕਾ, ਆਪਣੀ ਵੈਕਸੀਨ ਜਿਹੜੀ ਆ ਬੁੱਕ ਕਰਵਾ ਸਕਦੇ ਆ। ਇਨਫੋਰਮੇਸ਼ਨ ਤੁਹਾਡੇ ਤੱਕ ਇਸ ਤਰ੍ਹਾਂ ਹੀ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਚਾ ਟੀਵੀ ਤੇ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।